ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ ਜੀ ਆਇਆਂ ਨੂੰ, ਸਦਕਿਆਂ ਨੂੰ, ਮਹਿਵਾਰੀ ਮੈਂ ਬਲਿਹਾਰ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਲੈ ਕੇ ਹਾਜ਼ਰ ਤੁਹਾਡਾ ਆਪਣਾ ਪ੍ਰੈਜ਼ੈਂਟਰ ਦੋਸਤ ਮਾਸਟਰ ਬਰਿੰਦਰ ਸਿੰਘ ਜ਼ਖਮੀ। ਗੁਰੂ ਗ੍ਰੰਥ ਜੀ ਦੀ ਤਾਬਿਆ ਪੰਥ ਸਾਰੀ ਦੁਨੀਆ 'ਚ ਝੁਲਦੇ ਝੰਡੇ, ਕਲਗੀਧਰ ਜੀ ਨੇ ਦਿੱਤਾ ਹੁਕਮ, ਹੂੰਜ ਸੁੱਟਈ ਭਰਮਾਂ ਦੇ ਕੰਡੇ। ਗੁਰੂ ਗ੍ਰੰਥ ਜੀ ਪ੍ਰਗਟ ਦੇਹ, ਹੱਕ ਸੱਚ ਲਈ ਖੜਕਾਏ ਖੰਡੇ। ਜੁਗੋ ਜੁਗ ਅਟਲ ਰਹੂ ਜ਼ਖਮੀ, ਦੁੱਖ ਦਲਿੱਦਰ ਸਤਿਗੁਰ ਛੰਡੇ। ਗੁਰੂ ਗ੍ਰੰਥ ਜੀ ਦੀ ਤਾਬਿਆ ਪੰਥ ਸਾਰੀ ਦੁਨੀਆ 'ਚ ਝੁਲਦੇ ਝੰਡੇ, ਕਲਗੀਧਰ ਜੀ ਨੇ ਦਿੱਤਾ ਹੁਕਮ, ਹੂੰਜ ਸੁੱਟਈ ਭਰਮਾਂ ਦੇ ਕੰਡੇ। ਗੁਰੂ ਗ੍ਰੰਥ ਜੀ ਪ੍ਰਗਟ ਦੇਹ, ਹੱਕ ਸੱਚ ਲਈ ਖੜਕਾਏ ਖੰਡੇ। ਜੁਗੋ ਜੁਗ ਅਟਲ ਰਹੂ ਜ਼ਖਮੀ, ਦੁੱਖ ਦਲਿੱਦਰ ਸਤਿਗੁਰ ਛੰਡੇ। ਸਾਲ 2023 ਨਵੰਬਰ ਮਹੀਨੇ ਦੀ 22 ਤਰੀਕ ਤੇ ਦੇਸੀ ਮਹੀਨਾ ਕੱਤਕ ਅੱਜ ਸੁੱਖ ਨਾਲ 7 ਦਿਨ ਚਲਾ ਗਿਆ ਹੈ। ਸਿੱਖ ਚੈਨਲ ਦੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀय ਨਮਸਕਾਰ, ਸਲਾਮ ਆਦਾਬ। ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੇ ਜੀ ਆਇਆਂ ਨੂੰ ਕਹਿੰਦਿਆਂ ਸਾਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਜੀ ਫਿਰ ਆਪਣਾ ਹਫ਼ਤਾਵਾਰੀ ਪ੍ਰੋਗਰਾਮ, ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਸਾਡੇ ਸੰਗੀ ਬੀਬੀ ਸੁਰਿੰਦਰ ਕੌਰ ਗਿੱਲ, ਟੈਕਨੀਕਲ ਟੀਮ ਵੱਲੋਂ ਸ਼੍ਰੀ ਕੁਮਾਰ ਕਾਰਤਿਕ ਸਾਹਿਬ, ਗੁਰਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸੋਚਦੇ ਹੋਵੋਗੇ ਅੱਜ ਦਾ ਟੌਪਿਕ, ਅਨਵਾਨ ਜਾਂ ਮਜ਼ਮੂਨ ਕੀ ਹੋਊ। ਇਸ ਹਫ਼ਤੇ ਅਸੀਂ ਸਿੱਖ ਚੈਨਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ 315ਵਾਂ ਪਾਵਨ ਪਵਿੱਤਰ ਗੁਰਗੱਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ। ਸਿੱਖ ਕੌਮ ਵਿੱਚ ਇਹ ਮਹਾਨ ਇਤਿਹਾਸਕ ਦਿਨ, ਸਪੈਸ਼ਲ ਇਵੈਂਟ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਲਿਆ, ਜਿਸ ਨੂੰ ਸਿੱਖ ਕੌਮ ਰਹਿੰਦੀ ਦੁਨੀਆ ਤੱਕ, ਪਰਲੋ ਤੀਕਰ, ਕਿਆਮਤ ਤੱਕ ਯਾਦ ਰੱਖੇਗੀ। ਇਸ ਸਰਵੋਤਮ ਫੈਸਲੇ ਨੂੰ ਅੰਤਮ ਰੂਪ ਦੇਣ ਵੇਲੇ ਜ਼ਾਹਿਰ ਹੈ ਕਿ ਗੁਰੂ ਸਾਹਿਬ ਵਰਗੇ ਦੂਰਦਰਸ਼ੀ ਪੈਗੰਬਰ, ਉਹਨਾਂ ਨੇ ਪਿਛਲੇ 239 ਸਾਲਾਂ ਵਿੱਚ ਹੋਈਆਂ ਘਟਨਾਵਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਵੱਡਾ ਫੈਸਲਾ ਲਿਆ ਹੋਊ। ਸਿੱਖ ਇਤਿਹਾਸ ਨੇ ਲਿਖਤੀ ਤਵਾਰੀਖੀ ਰੈਫਰੈਂਸ ਦਿੱਤਾ ਹੈ। ਕੱਤਕ ਸੁਦੀ 5 ਸੰਮਤ 1765 ਯਾਨੀ 7 ਅਕਤੂਬਰ ਸਨ 1708 ਈਸਵੀ ਵਿੱਚ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਸ਼ਹਿਰ ਗੁਰੂ ਗ੍ਰੰਥ ਅਤੇ ਪੰਥ ਨੂੰ ਗੁਰਤਾ ਗੱਦੀ ਦੇ ਕੇ ਅਦੁੱਤੀ ਪੇਸ਼ਵਾ, ਮਹਾਨ ਲਾਸਾਨੀ ਪੈਗੰਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਏ। ਪੁਰਾਤਨ ਸਿੱਖ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਦਾ ਅੰਤਮ ਸਮਾਂ ਨੇੜੇ ਆਇਆ ਤਾਂ ਹਜ਼ੂਰ ਨੇ ਸ੍ਰੀ ਹਜ਼ੂਰ ਸਾਹਿਬ ਵਿੱਚ ਸਿੱਖ ਸੰਗਤਾਂ ਨੂੰ ਆਪਣੇ ਕੋਲ ਬੁਲਾਇਆ। ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਦਾ ਸਿਰਫ 42 ਸਾਲ ਦਾ ਜੀਵਨ ਕਿੰਨਾ ਤਰਤੀਬ ਅਨੁਸਾਰ, ਕਿੰਨਾ ਕਾਮਯਾਬ ਤੇ ਕਿੰਨਾ ਸੰਪੂਰਨ ਸੀ। He was so scheduled, well organized. ਅਸੀਂ ਤਾਂ ਸਿੱਖਾਂ ਬਾਹਲੇ ਅੰਗਰੇਜ਼ ਇਤਿਹਾਸਕਾਰਾਂ ਨੇ ਤਕਰੀਬਨ 28 ਅੰਗਰੇਜ਼ਾਂ ਦੀਆਂ ਕਿਤਾਬਾਂ ਮੇਰੀ ਨਜ਼ਰ ਵਿੱਚੋਂ ਗੁਜ਼ਰੀਆਂ, ਜਿਨ੍ਹਾਂ ਨੇ ਸਿੱਖ ਇਤਿਹਾਸ ਜਾਂ ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਹੈ। ਉਹਨਾਂ ਦੀ ਜੀਵਨ ਜਾਂਚ, ਗੁਰੂ ਸਾਹਿਬ ਦੀ ਜੀਵਨ ਜਾਂਚ ਅਦੁੱਤੀ ਕਾਮਯਾਬੀਆਂ ਦੇਖ ਕੇ ਗੋਰਿਆਂ ਨੇ ਲਿਖਿਆ ਹੈ
ਵੈਰੀ ਇੰਪ੍ਰੈਸਿਵ। ਆਈ ਐਮ ਵੈਰੀ ਇੰਪ੍ਰੈਸਡ। ਐਸੇ ਮਹਾਂਪੁਰਖ ਰੋਜ਼-ਰੋਜ਼ ਨਹੀਂ ਆਉਂਦੇ। इलामा इकबाल लिखता है, हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। हजारों साल नरगिस अपनी बेनूरी पे रोती है, बड़ी मुश्किल से होता है ਚਮਨ में ਦੀਦਾਵਰ ਪੈਦਾ। ਜਿਵੇਂ ਗੋਰੇ ਕਹਿੰਦੇ ਹਨ, ਕਲਾਸਿਕ ਨੈਵਰ ਡਾਈਜ਼। ਗੁਰੂ ਸਾਹਿਬ ਦੀ ਜ਼ਿੰਦਗੀ ਦਾ ਮੁੱਖ ਉਦੇਸ਼, ਮੇਨ ਮਿਸ਼ਨ ਸੀ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮੀ ਲੋਕਾਂ ਨੂੰ ਉੱਚਾ ਚੱਕਣਾ ਅਤੇ ਦੁਸ਼ਟਾਂ ਦੀਆਂ ਜੜ੍ਹਾਂ ਵੱਢਣੀਆਂ। ਇਹ ਗੁਰੂ ਗੋਬਿੰਦ ਸਿੰਘ ਜੀ ਆਪ ਦੱਸਦੇ ਹਨ ਕਿ ਮੇਰੀ ਜ਼ਿੰਦਗੀ ਦਾ ਇਹ ਮਕਸਦ ਹੈ। ਗੁਰੂ ਸਾਹਿਬ ਕਈ ਭਾਸ਼ਾਵਾਂ ਦੇ ਮਹਾਨ ਕਵੀ, ਡੈਡੀਕੇਸ਼ਨ ਦੀ ਹੱਦ, ਸਿੱਖ ਕੌਮ ਵਾਸਤੇ ਅਨਮੁੱਲਾ ਕੰਟਰੀਬਿਊਸ਼ਨ, ਬੇਮਿਸਾਲ ਤੀਰਅੰਦਾਜ਼, ਜ਼ਿੰਦਗੀ ਦਾ ਹਰੇਕ ਧਰਮ ਯੁੱਧ, ਹਰੇਕ ਕੰਪੀਟੀਸ਼ਨ ਜਿੱਤਣ ਵਾਲੇ ਮਹਾਨ ਅਜਿੱਤ ਜਰਨੈਲ, ਪ੍ਰੋਫੈਸ਼ਨਲ ਜੁਝਾਰੂ, ਆਪਣੇ ਹਿੰਦੁਸਤਾਨ ਵਾਸਤੇ 7 ਸੀਸ ਭੇਟ ਕਰਨ ਵਾਲੇ ਲਾਸਾਨੀ ਕੁਰਬਾਨੀ ਦੇ ਪੁਤਲੇ, ਇੰਟਰਨੈਸ਼ਨਲ ਲੈਵਲ ਤੇ ਆਪਣੀ ਨਿਆਰੀ ਪਛਾਣ ਬਣਾਉਣ ਵਾਲੇ ਹੱਕ ਸੱਚ ਦੇ ਰਖਵਾਲੇ, ਸਿੱਖ ਕੌਮ ਦੇ ਰੋਲ ਮਾਡਲ, ਆਪਣੇ ਸਿੱਖਾਂ ਨੂੰ ਨਿਆਰੀ ਪਛਾਣ ਆਈਡੈਂਟੀਫਿਕੇਸ਼ਨ ਦੇਣ ਵਾਲੇ, ਗਿਆਨ ਦੀਆਂ ਰੋਸ਼ਨੀਆਂ ਦੇ ਭੰਡਾਰ, ਇਤਨੇ ਇੰਟੈਲੈਕਚੁਅਲ, ਇਤਨੇ ਇੰਟੈਲੀਜੈਂਟ ਕਿ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਫਾਰਸੀ ਜ਼ਬਾਨ ਵਿੱਚ ਲਿਖੀ ਜਿੱਤ ਦੀ ਚਿੱਠੀ ਯਾਨੀ ਜ਼ਫਰਨਾਮਾ ਦੇ ਰਾਹੀਂ ਇੱਕ ਸਬਕ ਦੇ ਗਏ, ਇੱਕ ਦਰਸ ਦੇ ਗਏ, ਇੱਕ ਲੈਸਨ ਦੇ ਗਏ। ਭਾਈ ਵਾਹ! ਰੱਬ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਲਮ ਨਾਲ ਲਿਖਦੇ ਹਨ, ਮੋਹਿ ਆਪਣਾ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਰੱਬ ਦੇ ਮਿੱਤਰ ਆਪ ਲਿਖਦੇ ਹਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੱਚ ਨੂੰ ਪਛਾਣਨ ਵਾਲੇ, 9 ਗੁਰੂ ਸਾਹਿਬਾਨ ਵੱਲੋਂ ਮਿਲੀ ਵਿਰਾਸਤ, ਲੈਗੇਸੀ ਨੂੰ ਹੋਰ ਅਮੀਰ ਕਰਨ ਵਾਲੇ, ਸ਼ਹਿਨਸ਼ਾਹਾਂ ਦੇ ਵੀ ਸ਼ਾਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਕਿਆਮਤ ਤੱਕ, ਪਰਲੋ ਤੱਕ ਗੁਰਸਿੱਖਾਂ ਦੇ ਸੀਨਿਆਂ ਵਿੱਚ ਨਿਵਾਸ ਕਰਦੇ ਰਹਿਣਗੇ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਤੁਹਾਨੂੰ ਅੱਜ ਮਨ ਬਿਰਤੀ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਲੈ ਚਲੀਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤਾਂ ਨੂੰ ਦੱਸ ਦਿੱਤਾ ਕਿ ਉਹ ਗੁਰਪੁਰੀ ਪਿਆਣਾ ਕਰਨ ਵਾਲੇ ਹਨ। ਮੁਖੀ ਸਿੱਖਾਂ ਨੇ ਵਿਲਕ ਕੇ ਧਰਨਾ ਲੈ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਤੋਂ ਪਹਿਲੇ ਗੁਰੂ ਸਾਹਿਬਾਨ ਜੀਵਨ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਅਗਲੇ ਗੁਰੂ ਸਾਹਿਬ ਨੂੰ ਹੱਥੀਂ ਅਸਥਾਪਨ ਕਰਕੇ ਜਾਂਦੇ ਰਹੇ ਹਨ। ਆਪ ਜੀ ਸਾਨੂੰ ਕਿਸ ਗੁਰੂ ਸਾਹਿਬ ਦੇ ਲੜ ਲਾ ਕੇ ਜਾ ਰਹੇ ਹੋ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਸਕਰਾ ਕੇ ਜਵਾਬ ਵਿੱਚ ਫਰਮਾਇਆ, ਉਹ ਮੇਰੇ ਸੂਰਬੀਰ ਗੁਰਸਿੱਖੋ, ਹੁਣ ਤੱਕ 10 ਜੋਤਾਂ ਨੇ ਸਿੱਖ ਕੌਮ ਦੇ ਅੰਦਰ ਪ੍ਰਵੇਸ਼ ਕਰ ਲਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਪੂਰਨੇ ਪਾਏ, ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ ਸੇਵਾ ਕਮਾਈ ਹੈ। ਜਦੋਂ ਸਾਰੇ ਹੀਲੇ ਵਸੀਲੇ ਬੇਕਾਰ ਹੋ ਗਏ ਤਾਂ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਜ਼ੁਲਮ ਦੇ ਖਿਲਾਫ ਤਲਵਾਰ ਉਠਾਈ ਹੈ। ਚੂੰਕਾਰ ਅਜ਼ ਹਮੈ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਸ ਖੜਗ ਦਾ ਲੋਹਾ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਲੋਹੇ ਨੂੰ ਭੱਠੀ ਵਿੱਚ ਤਪਾਇਆ। ਇਸ ਨੂੰ ਚੰਡੀ ਦੀ ਸ਼ਕਲ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਖੂਬ ਚੰਡਿਆ ਅਤੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦੀ ਪਾਨ ਚੜਾਈ। ਜਦੋਂ ਇਹ ਪਾਪ ਨਾਸਨੀ ਤੇਗ ਸਾਡੇ ਹੱਥ ਵਿੱਚ ਆਈ ਤਾਂ ਅਸੀਂ ਜ਼ਾਲਮਾਂ ਤੇ ਦੁਸ਼ਟਾਂ ਨੂੰ ਧਰਤੀ ਉੱਤੇ ਵਿਛਾ ਦਿੱਤਾ। ਦੂਜੇ ਪਾਸੇ ਜਿਹੜੇ ਪਿਆਰ ਦੀ ਦੇਗ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਵਰਤਾਈ ਸੀ, ਉਸ ਨੂੰ ਅਮੀਰ ਤੇ ਗਰੀਬ ਸਾਰਿਆਂ ਵਿੱਚ ਬਰਾਬਰ ਵੰਡਿਆ ਗਿਆ। ਪਹਿਲੇ ਜਾਮੇ ਵਿੱਚ ਪੰਜਾ ਲਾ ਕੇ ਜ਼ੁਲਮ ਦਾ ਪਰਬਤ ਰੋਕਿਆ ਸੀ।
ਇਸੇ ਤਰ੍ਹਾਂ 10ਵੇਂ ਜਾਮੇ ਵਿੱਚ ਵੀ ਜ਼ੁਲਮ ਦਾ ਪਰਬਤ ਸਾਡੇ ਖਾਲਸੇ ਨੇ ਰੋਕਿਆ। ਇੱਕ ਦਿਨ ਜਦੋਂ ਆਪਣੇ ਸੁਖ ਆਸਨ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਆਰਾਮ ਫਰਮਾ ਰਹੇ ਸਨ ਤਾਂ ਦੋ ਦੋਖੀਆਂ ਨੇ ਲੁਕ ਕੇ ਉਹਨਾਂ ਉੱਤੇ ਕਟਾਰ ਨਾਲ ਅਚਾਨਕ ਹਮਲਾ ਕਰ ਦਿੱਤਾ, ਜਿਸ ਨਾਲ ਗੁਰੂ ਜੀ ਸਖਤ ਜ਼ਖਮੀ ਹੋ ਗਏ। ਇੱਕ ਦੁਸ਼ਟ ਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸੇ ਵੇਲੇ ਝਟਕਾ ਦਿੱਤਾ ਅਤੇ ਦੂਸਰੇ ਦੋਖੀ ਨੂੰ ਲੰਗਰ ਵਿੱਚ ਸੇਵਾ ਕਰ ਰਹੇ ਸਿੰਘਾਂ ਨੇ ਪਾਰ ਬੁਲਾਇਆ। ਹਕੀਮਾਂ ਨੇ ਗੁਰੂ ਸਾਹਿਬ ਦੀ ਮਰਮ ਪੱਟੀ ਕੀਤੀ ਤੇ 16 ਦਿਨ ਇਸੇ ਤਰ੍ਹਾਂ ਦੀਵਾਨ ਵਿੱਚ ਹਾਜ਼ਰੀ ਭਰਦੇ ਰਹੇ। ਫਿਰ ਇੱਕ ਦਿਨ ਕਮਾਨ ਉੱਤੇ ਤੀਰ ਦਾ ਚਿੱਲਾ ਚੜਾਉਣ ਵੇਲੇ ਜ਼ਖਮ ਦੇ ਟਾਂਕੇ ਖੁੱਲ ਗਏ। ਅੱਜ 17ਵਾਂ ਦਿਨ ਸੀ। ਜਦੋਂ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਰਬਾਰ ਸਜਾਇਆ ਤਾਂ ਹੁਕਮ ਕੀਤਾ, ਗੁਰਸਿੱਖੋ, ਉਹ ਵਡਭਾਗੀ ਦਿਨ ਆ ਗਿਆ ਹੈ ਜਦੋਂ ਅਸੀਂ ਆਪਣੇ ਲਿਖੇ ਚਿੱਤਰ ਨਾਟਕ ਦਾ ਆਖਰੀ ਅਧਿਆਇ ਲਿਖਣਾ ਹੈ। ਸੰਦਲੀ ਲੱਕੜਾਂ ਚਿਣ ਕੇ ਚਿਖਾ ਤਿਆਰ ਕਰੋ। ਅਸੀਂ ਉਸ ਉੱਤੇ ਬੈਠ ਕੇ ਸਤ ਕਰਤਾਰ ਦਾ ਜਾਪ ਕਰਨਾ ਹੈ। ਜੋ ਉਪਜਿਓ ਸੋ ਬਿਨ ਸਹਾਇ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਤੇ ਜਾਂ ਫਿਰ ਜੈਸੇ ਜਲ ਤੇ ਬੁੱਧ ਬੁਦਾ, ਉਪਜਾਏ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਉਂਝ ਤਾਂ ਗੁਰੂ ਸਾਹਿਬ ਦੇ ਬੋਲ ਸੁਣ ਕੇ ਮੁਰਦੇ ਵੀ ਉੱਠ ਖਲੋਂਦੇ ਸਨ, ਪਰ ਅੱਜ ਪਹਿਲੀ ਵਾਰ ਸੀ ਕਿ ਗੁਰੂ ਜੀ ਦੇ ਐਸੇ ਬੋਲ ਸੁਣ ਕੇ ਚਾਰੇ ਪਾਸੇ ਮੁਰਦਨੀ ਛਾ ਗਈ। ਅਫਸੋਸ ਨਾਲ ਸੰਗਤਾਂ ਬੋਰੀਆਂ ਹੋ ਕੇ ਚੌਫਾਲ ਢਹਿ ਪਈਆਂ, ਜਿਵੇਂ ਇੱਕਦਮ ਸਿਰ ਉੱਤੇ ਗਮਾਂ ਦੇ ਪਹਾੜ ਡਿੱਗ ਪਏ ਹੋਣ। ਸ਼ੇਰਾਂ ਵਰਗੇ ਸਿੰਘ ਭੁੱਬਾ ਮਾਰ ਕੇ ਰੋਣ ਲੱਗੇ। ਕੁਝ ਦੀਵਾਨੇ ਤਾਂ ਕੰਧਾਂ ਨੂੰ ਟੱਕਰਾਂ ਵੀ ਮਾਰਨ ਲੱਗੇ। ਗੱਲ ਚੱਲਦੀ ਰਹੇਗੀ ਇਸੇ ਤਰ੍ਹਾਂ ਠੀਕ 11 ਵਜੇ ਤੱਕ। ਆਓ ਹੁਣ ਭੈਣ ਜੀ ਕੋਲੋਂ ਆਪਾਂ ਗੁਰੂ ਸਾਹਿਬ ਦੇ ਇਸ ਵਿਸ਼ੇਸ਼ ਦਿਵਸ ਬਾਰੇ ਉਹਨਾਂ ਦੇ ਵਿਚਾਰ ਸੁਣੀਏ। ਆਓ ਜੀ। ਹਾਂਜੀ, ਸਭ ਤੋਂ ਪਹਿਲਾਂ ਆਓ ਜੀ ਆਪਾਂ ਗੁਰਤਾ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਆਪਾਂ ਮਨਾ ਰਹੇ ਹਾਂ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਅੱਜ ਅਸੀਂ 10ਵਾਂ ਪਾਤਸ਼ਾਹ ਦੀ ਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਗਤੀ ਜੋਤ, ਜੁਗੋ ਜੁਗ ਅਟਲ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਕਲ ਯੁਗ ਦੇ ਬੋਹਿਤ, ਹਾਜ਼ਰ ਨਾਜ਼ਰ ਜੋਤ, ਗੁਰਗੱਦੀ ਦਿਵਸ 1708 ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬਖਸ਼ਿਸ਼ ਕੀਤੀ ਹੈ ਸਾਨੂੰ ਇਹ ਬਾਣੀ। ਕਹਿੰਦੇ ਹਨ ਕਿ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੀ ਹੱਥੀਂ ਰੂਹਾਨੀ ਤਾਕਤ ਸਦਕਾ ਲਿਖਵਾਇਆ ਹੈ। ਕਿਉਂਕਿ ਜਿਸ ਤਰ੍ਹਾਂ ਕਿ ਆਪਾਂ ਹੁਣ ਥੋੜਾ ਪਿੱਛੇ ਚੱਲੀਏ, ਕਿਉਂਕਿ ਇਸ ਦੀ ਕੀ ਲੋੜ ਪਈ ਸੀ। ਕਹਿੰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਪੁਰਾਤਨ ਵੀਰ ਧੀਰ ਮੱਲਿਆਂ ਦੇ ਪਰਿਵਾਰ ਕੋਲ ਕਰਤਾਰਪੁਰ ਵਿੱਚ ਸੀ। ਉਹਨਾਂ ਨੇ ਗੁਰੂ ਜੀ ਨੂੰ ਇਹ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਾਲ ਹੀ ਸਿੱਖਾਂ ਨੂੰ ਕਹਿ ਦਿੱਤਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਵਾਰਿਸ ਹਨ ਤਾਂ ਆਪ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਰਚ ਲੈਣ, ਸਾਡੇ ਕੋਲ ਕਿਉਂ ਮੰਗਦੇ ਹਨ। ਇਸ ਲਈ ਗੁਰੂ ਸਾਹਿਬ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸ਼ੁਰੂ ਕੀਤੀ ਅਤੇ ਨਾਲ ਹੀ ਸਿੰਘਾਂ ਨੂੰ ਕਹਿ ਦਿੱਤਾ ਕਿ 10 ਗੁਰੂ ਸਾਹਿਬਾਨ ਇੱਕ ਹੀ ਜੋਤ ਦੇ ਮਾਲਕ ਹਨ, ਕਿਸੇ ਵੀ ਵਿੱਚ ਕੋਈ ਅੰਤਰ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਇਹ ਬੀੜ ਵਿੱਚ 9ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਸ਼ਲੋਕ ਸਾਰੇ ਦਰਜ ਕੀਤੇ ਅਤੇ ਇਸ ਨੂੰ ਸੰਪੂਰਨਤਾ ਦੀ ਮੋਹਰ ਲਗਾਈ ਅਤੇ ਇਸ ਨੂੰ ਦਮਦਮੀ ਬੀੜ ਕਹਿ ਕੇ ਜਾਣਿਆ ਜਾਂਦਾ ਹੈ। ਗੁਰੂ ਜੀ ਪਹਿਲਾਂ ਕਹਿੰਦੇ ਹਨ ਕਿ ਸਵੇਰੇ ਭਾਈ ਮਨੀ ਸਿੰਘ ਜੀ ਤੋਂ ਤੁਰਕੀ ਬਾਣੀ ਲਿਖਾਉਂਦੇ
ਅਤੇ ਫਿਰ ਉਸ ਬਾਣੀ ਦਾ ਸ਼ੁੱਧ ਉਚਾਰਨ ਕਰਦੇ, ਕਥਾ ਕਰਦੇ, ਸਿੱਖਾਂ ਨੂੰ ਦੱਸਦੇ। ਇਸ ਸਥਾਨ ਤੇ ਕਹਿੰਦੇ ਹਨ ਕਿ 48 ਸਿੱਖਾਂ ਨੇ ਗੁਰਬਾਣੀ ਦੀ ਸੰਧਿਆ ਲਈ ਸੀ ਅਤੇ ਇਸ ਤਰ੍ਹਾਂ ਇਸ ਜਗ੍ਹਾ ਨੂੰ ਉਸ ਵੇਲੇ ਗੁਰੂ ਕੀ ਕਾਂਸੀ ਦੇ ਨਾਮ ਤੇ ਨਿਵਾਜਿਆ ਗਿਆ ਸੀਗਾ। ਕਿੰਨਾ ਉੱਚਾ ਨਾਮ ਦਿੱਤਾ ਉਸ ਜਗ੍ਹਾ ਗੁਰੂ ਕੀ ਕਾਂਸੀ, ਜੋ ਅੱਜ ਵੀ ਜਿੱਥੇ ਬਹੁਤ ਵੱਡੇ ਕਾਲਜ ਯੂਨੀਵਰਸਿਟੀ ਹਨ, ਜਿੱਥੇ ਬੱਚੇ ਪੜ੍ਹਾਈ ਗੁਰਬਾਣੀ ਬਹੁਤ ਸਿੱਖਦੇ ਹਨ। ਇਸ ਤਰ੍ਹਾਂ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਚੱਲੀਏ ਥੋੜੀ ਹੋਰ ਸਾਖੀ। ਜਿਸ ਤਰ੍ਹਾਂ ਪਰਿਵਾਰ ਵਿਛੋੜਾ ਹੋਇਆ, ਚਮਕੌਰ ਦੀ ਗੜੀ, ਸਰਹੰਦ ਦੀ ਲੜਾਈਆਂ, ਚਾਰੇ ਸਾਹਿਬਜ਼ਾਦੇ ਬਾਬੇ ਸਾਡੇ ਸ਼ਹੀਦ ਹੋ ਗਏ, ਮਾਛੀ ਵਾਲੇ ਜੰਗਲਾਂ ਚੋਂ ਲੰਘਦੇ ਹੋਏ ਸੱਚੇ ਪਿਤਾ ਇੰਨਾ ਕੁਝ ਸਹਾਰਦੇ ਹੋਏ, ਜਿਸ ਤਰ੍ਹਾਂ ਭਾਜੀ ਨੇ ਕਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਰਦੇ ਹੋਏ, ਸਾਰਾ ਕੁਝ ਸਹਾਰਦੇ ਹੋਏ ਆਪ ਇੱਧਰ ਦੱਖਣ ਵੱਲ ਆ ਗਏ। ਇੱਧਰ ਦੱਖਣ ਵੱਲੋਂ ਜਦੋਂ ਆਪ ਆ ਰਹੇ ਸਨ ਤਾਂ ਇੱਥੇ ਇੱਕ ਵੈਰਾਗੀ ਸਾਧੂ ਸੀ, ਮਾਧੋ ਦਾਸ ਸੀ ਉਸਦਾ ਨਾਮ, ਕਰਮਾਤਾ ਕਰਦਾ ਸੀ, ਗੁੱਸੇ ਵਾਲਾ ਸੀ। ਉੱਥੇ ਮਾਧੋ ਦਾਸ ਦੇ ਡੇਰੇ ਤੇ ਪਹੁੰਚ ਗਏ। 1708 ਦੇ ਸਮੇਂ ਦੀ ਗੱਲ ਹੈ ਕਿ ਨੰਦੇੜ ਆਏ ਹਨ। ਮਾਤਾ ਸਾਹਿਬ ਕੌਰ ਜੀ ਵੀ ਨਾਲ ਹਨ ਅਤੇ ਇੱਥੇ ਬੰਦਾ ਘਾਟ ਆਏ ਹਨ। ਬੰਦਾ ਘਾਟ ਜਿੱਥੇ ਗੋਦਾਵਰੀ ਦੇ ਬਿਲਕੁਲ ਕਿਨਾਰੇ ਤੇ ਜਗ੍ਹਾ ਹੈ, ਬਹੁਤ ਰਮਣੀਕ ਸੋਹਣੀ ਜਗ੍ਹਾ ਹੈ। ਇੱਥੇ ਮਾਧੋ ਦਾਸ ਦੇ ਡੇਰੇ ਤੇ ਪਹੁੰਚ ਗਏ ਹਨ ਅਤੇ ਉਹਨਾਂ ਦੇ ਅੰਦਰ ਜਾ ਕੇ ਕਹਿੰਦੇ ਕਿ ਪਲੰਘ ਉੱਤੇ ਬੈਠ ਗਏ ਹਨ। ਕੋਈ ਸ਼ੱਕ ਨਹੀਂ, ਮਾਧੋ ਦਾਸ ਦੀ ਸਾਧਨਾ ਦੀ ਬਹੁਤ ਤਾਕਤ ਸੀ, ਉਹਦੇ ਕੋਲ ਬਹੁਤ ਕਰਾਮਾਤਾਂ ਸਨ। ਪਰ ਜਿਹੜੇ ਉਹਨਾਂ ਦੇ ਸਾਥੀ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਅਤੇ ਮਾਧੋ ਦਾਸ ਦੇ ਪਲੰਘ ਤੇ ਬੈਠ ਗਏ ਹਨ, ਜਾ ਕੇ ਮਾਧੋ ਦਾਸ ਨੂੰ ਲੱਭ ਕੇ ਉਹਨਾਂ ਨੂੰ ਦੱਸਿਆ ਕਿ ਕੋਈ ਸਾਧੂ ਆ ਕੇ ਤੁਹਾਡੇ ਪਲੰਘ ਤੇ ਬੈਠੇ ਹਨ, ਤੁਹਾਡਾ ਜਿਹੜਾ ਡੇਰਾ ਹੈ ਨਸ਼ਟ ਕਰ ਦਿੱਤਾ ਹੈ। ਮਾਧੋ ਦਾਸ ਜੀ ਹੁਣੇ ਆਏ ਹਨ। ਉਹਨਾਂ ਨੇ ਆਪਣੀਆਂ ਜੋ ਵੀ ਕਰਾਮਾਤਾਂ ਕਰਦੇ ਸਨ ਦਿਖਾਇਆ ਕਿ ਮੈਂ ਪਲੰਘ ਤੋਂ ਉਠਾ ਕੇ ਦੇਖਣਾ ਹਾਂ, ਪਰ ਕਿੱਥੇ, ਜਿੱਥੇ ਸੱਚੇ ਪਾਤਸ਼ਾਹ ਬੈਠੇ ਹੋ ਕੌਣ ਹਿਲਾ ਸਕਦਾ ਹੈ। ਉਹਦੀਆਂ ਕਰਾਮਾਤਾਂ ਨੇ ਕੋਈ ਕੰਮ ਨਹੀਂ ਕੀਤਾ। ਕਹਿੰਦੇ ਹਨ ਕਿ ਕੋਲ ਆਏ ਹਨ, ਗੁਰੂ ਗੋਬਿੰਦ ਸਿੰਘ ਦੇ ਕੋਲ ਆਏ ਹਨ ਅਤੇ ਪੁੱਛਦੇ ਹਨ ਤੁਸੀਂ ਕੌਣ ਹੋ। ਕਹਿੰਦੇ ਮਨ ਨੂੰ ਪੁੱਛ। ਹਾਂਜੀ, ਆਪਣੇ ਮਨ ਨੂੰ ਪੜਚੋਲ, ਮੈਂ ਕੌਣ ਹਾਂ। ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ। ਸਤਿਗੁਰ ਮੁਸਕਰਾ ਪਏ, ਹਾਂਜੀ ਅਸੀਂ ਹੀ ਹਾਂ। ਕਿਉਂਕਿ ਕਹਿੰਦੇ ਹਨ ਕਿ ਉਹਨਾਂ ਨੂੰ ਕਿਸੇ ਇੱਕ ਸਾਧੂ ਰਾਮਦਾਸ ਨੇ ਦੱਸਿਆ ਸੀ ਕਿ ਤੁਸੀਂ ਇਹ ਜੋ ਬੇਇੱਜ਼ਤੀਆਂ ਸਾਰਿਆਂ ਨੂੰ ਕਰਾਮਾਤਾਂ ਦਿਖਾਉਂਦੇ ਹਨ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆ ਗਏ ਤੁਹਾਡੀਆਂ ਇਹ ਕਰਾਮਾਤਾਂ ਉਦੋਂ ਨਹੀਂ ਚੱਲਣੀਆਂ, ਕਿਸੇ ਦੇ ਮੋਹਰੇ ਨਹੀਂ ਚੱਲਣੀਆਂ। ਸੋ ਇਸੇ ਕਰਕੇ ਕਹਿੰਦੇ ਹਨ ਕਿ ਇਹ ਜੋ ਕਰਾਮਾਤਾਂ ਸ਼ਕਤੀਆਂ ਦੀ ਉਸਦੀ ਤਾਕਤ ਸਾਰੀ ਉੱਥੇ ਦੀ ਉੱਥੇ ਹੀ ਰਹਿ ਗਈ। ਡਰ ਆ ਗਿਆ ਮਨ ਵਿੱਚ ਅਤੇ ਕਹਿੰਦਾ ਤੁਸੀਂ ਕਲਗੀਆਂ ਵਾਲੇ ਹੋ, ਗੁਰੂ ਗੋਬਿੰਦ ਸਿੰਘ ਜੀ ਹੋ। ਹਾਂਜੀ, ਤੁਸੀਂ ਕਿੱਥੋਂ ਆਏ ਹੋ। ਅਸੀਂ ਕਹਿੰਦੇ ਤੁਹਾਨੂੰ ਲੱਭਦੇ ਲੱਭਦੇ ਪੁੱਛਦੇ ਪੁੱਛਦੇ ਆਏ ਹਾਂ, ਕਿਉਂਕਿ ਤੁਹਾਨੂੰ ਅਸੀਂ ਕੋਈ ਕੰਮ ਤੇ ਲਾਉਣਾ ਹੈ, ਤੁਹਾਨੂੰ ਤੁਹਾਡੀ ਜ਼ਰੂਰਤ ਹੈ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਤੁਹਾਡਾ ਨਾਮ ਕੀ ਹੈ। ਕਹਿੰਦੇ ਮੈਂ ਬੰਦਾ ਹਾਂ, ਮੈਂ ਬੰਦਾ ਹਾਜ਼ਰ ਹਾਂ ਤੁਹਾਡੇ ਉੱਤੇ, ਹੁਕਮ ਕਰੋ। ਕਹਿੰਦੇ ਹਾਂ ਅੰਮ੍ਰਿਤ ਛਕਾ ਕੇ ਬੰਦੇ ਨੂੰ ਬੰਦਾ ਸਿੰਘ ਬਣਾ ਦਿੱਤਾ। ਉਸ ਦਾ ਖਿਤਾਬ ਬੰਦਾ ਸਿੰਘ ਬਹਾਦਰ ਦਾ ਨਾਮ ਉਸ ਤੇ ਲਾ ਦਿੱਤਾ। ਛੋਟੀ ਛੋਟੀ ਕਰਕੇ ਆਪਾਂ ਦੱਸਦੇ ਹਾਂ। ਕਹਿੰਦੇ ਹਨ ਕਿ ਸ਼ਸਤਰ ਫੜਾ ਦਿੱਤੇ, 5 ਸਿੱਖ ਦਿੱਤੇ, 5 ਤੀਰ ਵੀ ਦਿੱਤੇ ਅਤੇ ਫਿਰ ਸਮਝਾਇਆ ਕਿ ਜੋ ਲਾਹੌਰ ਦੀ ਧਰਤੀ ਤੇ ਸਰਹੰਦ ਦੀ ਧਰਤੀ 'ਚ ਇਹ ਜੋ ਸਭ ਕੁਝ ਹੋਇਆ ਹੈ, ਆਪ ਜਾਓ ਪੰਜਾਬ ਦੀ ਧਰਤੀ ਵੱਲ ਜਾਓ, ਜਾ ਕੇ ਸਿੱਖਾਂ ਨੂੰ ਸੰਭੋ ਅਤੇ ਆਪਣਾ ਮਸਤਕ ਪੂਰਾ ਕਰੋ। ਇਸ ਤਰ੍ਹਾਂ ਕਰਦੇ ਕਰਦੇ ਸਰਹੰਦ ਦੀ ਕਹਿੰਦੇ ਦੱਸਦੇ ਮਨ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਰਹੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਹੈ। ਕਹਿੰਦੇ ਜੇ ਮੈਨੂੰ ਪਤਾ ਹੁੰਦਾ ਮੈਂ ਇੱਟ ਨਾ ਇੱਟ ਖੜਕਾ ਦਿੰਦਾ। ਇੱਥੇ ਨਾਂਦੇੜ ਦੀ ਧਰਤੀ ਤੇ ਬਹੁਤ ਸੰਗਤਾਂ ਅਤੇ ਮਾਤਾ ਸਾਹਿਬ ਕੌਰ ਜੀ ਵੀ ਕੋਲ ਹਨ ਅਤੇ ਪਿਤਾ ਜੀ ਆਏ ਹਨ ਅਤੇ ਆਖਦੇ ਹਨ ਕਿ ਅਸੀਂ ਹੁਣ ਆਪਣੇ ਚੋਲੇ ਨੂੰ ਸੰਕੋਚਣਾ ਹੈ, ਤੁਸੀਂ ਹੁਣ ਦਿੱਲੀ ਚਲੇ ਜਾਓ। ਮਾਤਾ ਸੁੰਦਰੀ ਜੀ ਦੇ ਕੋਲ ਮਾਤਾ ਸਾਹਿਬ ਕੌਰ ਜੀ ਹਨ, ਚਰਨ ਫੜੇ ਹਨ। ਕਹਿੰਦੇ ਹਨ ਕਿ ਤੁਹਾਡੇ ਦਰਸ਼ਨ ਕਿੱਦਾਂ ਹੋਣਗੇ। ਉਹਨਾਂ ਨੂੰ ਕਹਿੰਦੇ ਹਨ ਕਿ ਸੱਚੇ ਪਿਤਾ ਨੇ 5 ਸ਼ਸਤਰ ਦਿੱਤੇ ਅਤੇ ਦਿੱਲੀ ਵੱਲ ਤੋਰਿਆ ਅਤੇ ਕਹਿੰਦੇ ਹਨ ਕਿ ਇਸ ਸ਼ਸਤਰਾਂ ਨੂੰ ਤੁਸੀਂ ਸਜਾਓ, ਇਹਨਾਂ ਸ਼ਸਤਰਾਂ ਦੇ ਦੀਦਾਰ ਕਰੋ, ਸਾਡੇ ਦਰਸ਼ਨ ਹੋਣਗੇ। ਟਿਕਾਓ ਬਣਾਓ, ਆਪਣੇ ਮਨ ਵਿੱਚ ਟਿਕਾਓ ਬਣਾਓ। ਸੋ ਇਸ ਤਰ੍ਹਾਂ ਕਰਦੇ ਕਰਦੇ ਨਾਂਦੇੜ ਤੋਂ ਦਿੱਲੀ ਜਾਂਦੇ ਹਨ ਅਤੇ ਇੱਧਰ ਦੱਸਦੇ ਹਨ ਕਿ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਸੱਚੇ ਪਿਤਾ ਹੁਣ ਨਾਂਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਰਹਿੰਦੇ ਹਨ।
ਇੱਥੇ ਦੋ ਪਠਾਨ ਆਉਂਦੇ ਹਨ ਜਿਨ੍ਹਾਂ ਨੇ ਕਿ ਆਪਾਂ ਇਹ ਅਗਲੀ ਗੱਲ ਆਪਾਂ ਇਸ ਤਰ੍ਹਾਂ ਕਰਾਂਗੇ। ਕਹਿੰਦੇ ਹਨ ਕਿ ਇਹ ਜੋ ਸ਼ਬਦ ਇੱਥੇ ਛੋਟਾ ਜਿਹਾ ਆਪਾਂ ਲਿਖਿਆ ਹੈ, ਕਹਿੰਦੇ ਹਨ ਕਿ ਮਾਰੂ ਮਹਿਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ, ਠਾਕਰ ਕੀਰਤਨ ਹਰ ਹਰ ਗਾਈ, ਸਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਤਾਈ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ आयो मन पुरख विधाता, संतन की सरनाई रहाओ, काम क्रोध लोभ मोह निवारे, निवरे सगल बहराई, सद हजूर हाजिर है नाजर, कते न पयो दुराई, सुख शीतल सरदा सब पूरी, होए संत सहाई, पतत पतत पावन पतत किए खिन पीतर, पावन पतत किए खिन पीतर, महिमा कथन न जाई, निरभउ पै सगल भय खोए, गोबिंद चरण उटाई, नानक जस गावे ठाकर का, रहन ਦਿਨਸ ਲਿਵ ਲਾਈ, ਰਹਿਣ ਦਿਨਸ ਲਿਵ ਲਾਈ। ਇਹ ਜੋ ਸੱਚੇ ਪਿਤਾ ਨੇ ਸਾਨੂੰ ਬਖਸ਼ੀ ਹੈ ਬਾਣੀ, ਕਹਿੰਦੇ ਹਨ ਕਿ ਉਸ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ, ਕਿਸ ਤਰ੍ਹਾਂ ਉਹ ਦੋਵਾਂ ਨੇ ਆ ਕੇ ਸੱਚੇ ਪਾਤਸ਼ਾਹ ਦੇ ਖੰਜਰ ਮਾਰੇ ਹਨ। ਕਹਿੰਦੇ ਹਨ ਕਿ ਉਸ ਦੇ ਨਾਲ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਤਕਾਰਿਆ ਸਾਰੇ ਧਰਮਾਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੀ ਤੋੜਿਆ ਵਹਿਮਾਂ ਭਰਮਾਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਸਰਬ ਸਾਂਝੀ ਇੱਕ ਬਾਣੀ ਹੈ, ਇਹਦੀ ਬਾਣੀ ਤੁਰਦੀ ਬਾਣੀ ਹੈ, ਇਹ ਤੁਰ ਦਰਗਾਹੋਂ ਆਈ ਹੈ। ਕਹਿੰਦੇ ਤੁਰ ਦਰਗਾਹੋਂ ਬਾਣੀ ਬਣਾਈ ਹੈ ਸੱਚੇ ਪਾਤਸ਼ਾਹ ਨੇ। ਭਗਤਾਂ ਦੀ ਜਾਤ ਪਛਾਣੀ ਨਹੀਂ, ਭਗਤਾਂ ਦੀ ਜਾਤ ਪਛਾਣੀ ਨਹੀਂ, ਬਾਣੀ ਨੂੰ ਸੀਸ ਨਿਵਾਇਆ ਸੀ, ਸੇਵਾ ਤੇ ਭਗਤੀ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਪਦਵੀ ਪਾਈ ਸੀ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹੈ, ਇਹ ਨੂਰੀ ਰੂਪ ਇਲਾਹੀ ਹੈ, ਸਭ ਸੰਗਤਾਂ ਤਾਈਂ ਵਧਾਈਆਂ ਅੱਜ, ਸਭ ਨੇ ਸੀਸ ਨਿਵਾਇਆ ਹੈ, ਸਭ ਨੇ ਅੱਜ ਸੀਸ ਨਿਵਾਇਆ, ਕਿਉਂਕਿ ਗੁਰਗੱਦੀ ਸਾਡੀ ਦਸਾਂ ਗੁਰੂਆਂ ਦੀ ਜੋਤ ਸਾਡੇ ਸਾਰਿਆਂ ਵਾਸਤੇ ਇਹੀ ਹੈ ਸੱਚੇ ਪਾਤਸ਼ਾਹ ਦੀ ਆਗਿਆ ਕਿ ਇਸ ਨੂੰ ਹੀ ਆਪਾਂ ਮੰਨਣਾ ਹੈ। ਕਹਿੰਦੇ ਹਨ ਕਿ ਅਬ ਚੱਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ, ਕਰਤੇ ਆਪ ਵਸਾਇਆ ਰਾਮ, ਕਰਤੇ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਪਾਈ ਸਿੱਖ ਵਿਗਾਸੇ, ਗੁਣ ਗਾਵਤ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ, ਕਉ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹੋ ਥਾਨ ਸੁਹਾਇਆ। ਨੰਦੇੜ ਸਾਹਿਬ ਹਜ਼ੂਰ ਸਾਹਿਬ ਜਿੱਥੇ ਦਮਦਮਾ ਬੀੜ ਅੱਜ ਹਾਜ਼ਰ ਹੈ, ਉੱਥੇ ਇਹ ਬੀੜ ਗੁਰੂ ਸੱਚੇ ਪਾਤਸ਼ਾਹ ਨੇ ਗੁਰਗੱਦੀ ਦਿੱਤੀ ਹੈ ਬੀੜ ਨੂੰ, ਪਰ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰੂਆਂ ਦੀ ਜੋਤ ਬਾਣੀ, ਆਪ ਗੁਰੂ ਆਪ ਇਹਦੇ ਵਿੱਚ ਸ਼ਬਦ ਬਾਣੀ ਹੈ, ਬਾਣੀ ਸ਼ਬਦ ਹੈ ਅਤੇ ਸ਼ਬਦ ਹੀ ਬਾਣੀ ਹੈ, ਬਾਣੀ ਹੀ ਗੁਰੂ ਹੈ, ਬਾਣੀ ਦਾ ਰੂਪ ਹੈ। ਸੋ ਆਓ ਭਾਜੀ ਤੁਸੀਂ ਆਓ ਹੁਣ ਥੋੜਾ। ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਗੁਰਗੱਦੀ ਦਿਵਸ ਦਾ ਉਹ ਦ੍ਰਿਸ਼, ਉਹ ਸੀਨ ਦਿਖਾ ਰਹੇ ਹਾਂ। 315 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਗੱਦੀ ਪ੍ਰਦਾਨ ਕੀਤੀ, ਉਸ ਘੜੀ ਦਾ ਦ੍ਰਿਸ਼, ਉਸ ਘੜੀ ਦਾ ਸੀਨ ਅਸੀਂ ਦੇਖ ਰਹੇ ਹਾਂ। ਗੱਲ ਚੱਲ ਰਹੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਗਰਜ ਕੇ ਬੋਲੇ, ਉਹ ਮੇਰੇ ਪਿਆਰਿਓ, ਯੋਗ ਤਾਂ ਚੱਲਣਾ ਹੀ ਪਾਊ, ਗੁਰਸਿੱਖ ਇੰਜ ਟੱਕਰਾਂ ਨਹੀਂ ਮਾਰਦੇ, ਅਸੀਂ ਤੁਹਾਡੀ ਸ਼ਕਲ ਪੁਰ ਨੂਰ ਬਣਾਈ ਹੈ, ਦੁੱਖ ਹੋਵੇ ਸੁੱਖ ਹੋਵੇ ਇਸ ਦਾ ਸਰੂਰ ਝਮ ਝਮ ਝਮਕਣਾ ਚਾਹੀਦਾ। ਉਹ ਕਾਹਦਾ ਸਿੱਖ ਹੈ ਜਿਹਦੇ ਕੋਲ ਸਬਰ ਨਹੀਂ ਹੈ? ਮੇਰਾ ਸਿੱਖ ਤਾਂ ਹਮੇਸ਼ਾ ਗੁਰਮੁਖਾਂ ਵਾਲੀ ਰੀਤ ਤੇ ਚੱਲਦਾ ਹੈ, ਜਿਸ ਦੀ ਆਤਮਾ ਰੱਜੀ ਹੋਵੇ, ਕੋਈ ਵੀ ਦੁੱਖ ਉਸ ਸਿੱਖ ਦੇ ਨੇੜੇ ਤੇੜੇ ਵੀ ਨਹੀਂ ਆਉਂਦਾ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮੇਰੇ ਇੱਕ ਵੀ ਸਿੱਖ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਅਸੀਂ ਪਰਮੇਸ਼ਰ ਦੇ ਕੋਲ ਜਾ ਰਹੇ ਹਾਂ। ਇਹ ਹੌਸਲਾ ਅਫਜ਼ਾਈ ਦੇ ਬਚਨ ਸੁਣ ਕੇ ਸੰਗਤਾਂ ਸੰਭਲੀਆਂ ਤੇ ਇੱਕ ਦੂਜੇ ਵੱਲ ਦੇਖ ਕੇ ਹੌਸਲਾ ਕੀਤਾ ਤੇ ਆਪੋ ਆਪਣੇ ਹੰਝੂ ਪੂੰਝੇ। ਇਉਂ ਲੱਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਨੇ ਸਿੱਖਾਂ ਉੱਤੇ ਜਾਦੂ ਕਰ ਦਿੱਤਾ ਸੀ। ਹੁਣ ਸਾਰੀ ਸੰਗਤ ਕਰਤਾਰ ਦਾ ਭਾਣਾ ਮੰਨ ਕੇ
ਰੇਤ ਦੀ ਦੀਵਾਰ ਵਾਂਗ ਢਹਿ ਪਈ, ਯਾਨੀ ਬੇਦਿਲ ਜਿਹੀ ਹੋ ਕੇ ਬੈਠ ਗਈ। ਤਦ ਕੁਝ ਮੁਖੀਏ ਸਰਦਾਰ ਗਲ ਵਿੱਚ ਪੱਲਾ ਪਾ ਕੇ ਬੋਲੇ, ਹੇ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਾਅਦ ਸਾਡਾ ਇਸ ਦੁਨੀਆ ਵਿੱਚ ਕੌਣ ਹੈ? ਤੁਹਾਥੋਂ ਬਾਅਦ ਕਿਸ ਨੂੰ ਨਮਸਕਾਰ ਕਰਾਂਗੇ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਭਲ ਕੇ ਚੌਕੜਾ ਮਾਰ ਕੇ ਬੈਠੇ ਅਤੇ ਫਰਮਾਇਆ, ਖਾਲਸਾ ਜੀ, ਸਾਡੀ ਗੱਲ ਧਿਆਨ ਨਾਲ ਕੰਨ ਲਾ ਕੇ ਸੁਣਿਓ। ਅਸੀਂ ਹੁਣ ਦੇਹਧਾਰੀ ਗੁਰਾਂ ਵਾਲੀ ਪ੍ਰਥਾ ਪਰੰਪਰਾ ਤੋੜ ਰਹੇ ਹਾਂ। ਫਿਰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵੱਲ ਸੱਜੇ ਹੱਥ ਨਾਲ ਇਸ਼ਾਰਾ ਕਰਕੇ ਬੋਲੇ, ਹੁਣ ਗੁਰੂ ਗ੍ਰੰਥ ਸਾਹਿਬ 10 ਜੋਤਾਂ ਦਾ ਜ਼ਾਹਰਾ ਪ੍ਰਕਾਸ਼ ਹੈ। ਧਰਤ, ਪਾਤਾਲ ਤੇ ਆਕਾਸ਼ ਹੁਣ ਇਹਦੇ ਚਾਨਣ ਵਿੱਚ ਹਨ। 10 ਆਵਾਜ਼ਾਂ ਇੱਕ ਆਵਾਜ਼ ਹੋ ਗਈਆਂ ਹਨ। ਇਸ ਨੂੰ ਤੁਸੀਂ ਵਾਹਿਗੁਰੂ ਨਾਮ ਜਹਾਜ਼ ਕਹਿ ਸਕਦੇ ਹੋ। ਨਿਤ ਦਿਨ ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਓਟ ਲਈ, ਉਹਨਾਂ ਦੇ ਭੰਡਾਰੇ ਭਰੇ ਰਹਿਣਗੇ, ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ। ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਗਾਇਨ ਕਰ ਰਹੇ ਸਨ ਤਾਂ ਸੰਗਤਾਂ ਸੋਚ ਵਿੱਚ ਪੈ ਗਈਆਂ। ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਣੇ, ਜਿਸ ਗੋਬਿੰਦ ਦਿਓ ਮਿਲਾਏ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਿੱਖਾਂ ਦੇ ਦਿਲ ਦੀ ਗੱਲ ਬੁੱਝ ਕੇ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸਾਡੇ ਨਕਸ਼ ਨਗਾਰ ਨੇ ਅਤੇ ਤੁਸੀਂ ਹਰ ਰੋਜ਼ ਇਹਨਾਂ ਵਿੱਚੋਂ 10 ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰ ਕਰਿਓ। ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਤੇ ਸ਼ਲੋਕ ਸੱਚਖੰਡ ਦੀ ਪੌੜੀ ਹੈ। ਗੁਰਬਾਣੀ ਪਰਮੇਸ਼ਰ ਦੀ ਦਰਗਾਹ ਦੀ ਰਾਹਦਾਰੀ ਹੈ, ਸਪਾਂਸਰਸ਼ਿਪ ਹੈ, ਜਿੱਥੇ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ, ਟੋਕ ਨਹੀਂ ਸਕਦਾ। ਇਸ ਦੇ ਦਰਸ਼ਨ ਕਰਨ ਨਾਲ ਜਮਾਂ ਦੀ ਫਾਂਸੀ ਕੱਟੀ ਜਾਵੇਗੀ। ਸ਼ੁੱਧ ਮਨ ਨਾਲ ਗੁਰਬਾਣੀ ਦਾ ਜਾਪ ਕਰਨ ਵਾਲੇ ਦੇ ਮੁਖੋਂ ਸੁਗੰਧੀ ਆਵੇਗੀ। ਅੱਜ ਤੋਂ ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਰੀਰ ਤੁਸੀਂ ਖਾਲਸਾ ਪੰਥ ਹੋ। ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਹੰਬਲਾ ਮਾਰ ਕੇ ਉੱਠੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਰੱਜਵਾਂ ਸਤਿਕਾਰ ਕੀਤਾ। ਭਾਈ ਦਇਆ ਸਿੰਘ ਜੀ ਪਹਿਲੇ ਪਿਆਰੇ ਕੋਲੋਂ 5 ਪੈਸੇ ਅਤੇ ਨਾਰੀਅਲ ਮੰਗਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖ ਕੇ ਮੱਥਾ ਟੇਕ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀਆਂ 4 ਪਰਿਕਰਮਾ ਕੀਤੀਆਂ ਅਤੇ ਗੁਰੂ ਸਾਹਿਬ ਨੇ ਹੁਕਮਨਾਮਾ ਵੀ ਲਿਆ। ਫਿਰ ਸੰਗਤਾਂ ਵੱਲ ਭਰਵੀਂ ਨਜ਼ਰ ਮਾਰੀ ਤੇ ਬੋਲੇ, ਸੰਗਤ ਜੀ, ਉਦਾਸ ਨਾ ਹੋਣਾ। ਗੁਰ ਪਰਮੇਸ਼ਰ ਨੇ ਜੋ ਫਰਜ਼ ਸਾਡੇ ਜੁਮੇ ਲਾਈ ਉਦਾਹਰਨ ਹੈ ਕਿ ਉਹ ਕਰਤੱਵ ਪੂਰਾ ਹੋ ਗਿਆ ਹੈ। ਮੇਰੇ ਪਿਆਰੇ ਸਿੰਘੋ, ਤੁਸੀਂ ਵਿਛੋੜੇ ਵਾਸਤੇ ਤਿਆਰ ਬਰ ਤਿਆਰ ਰਹਿਣਾ। ਕਿਸੇ ਨੇ ਵੀ ਇੱਕ ਵੀ ਹੰਝੂ ਨਹੀਂ ਕੇਰਨਾ, ਕਿਸੇ ਨੇ ਦਿਲ ਨਹੀਂ ਡੁਲਾਉਣਾ। ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ। ਫਿਰ ਗੁਰੂ ਸਾਹਿਬ ਨੇ ਭਾਈ ਸੰਤੋਖ ਸਿੰਘ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਫਰਮਾਇਆ, ਮਲਵਈਏ ਸਰਦਾਰਾ, ਅੱਜ ਤੋਂ ਇਸ ਡੇਰੇ ਦਾ ਪ੍ਰਬੰਧ ਤੇਰੀ ਜ਼ਿੰਮੇਵਾਰੀ ਹੈ। ਸਾਡਾ ਖਜ਼ਾਨਾ ਕਦੇ ਨਹੀਂ ਨਿਖੁੱਟੇਗਾ। ਗੁਰੂ ਕਾ ਲੰਗਰ ਹਮੇਸ਼ਾ ਅਟੁੱਟ ਵਰਤਦਾ ਰਹੇਗਾ। ਭਾਈ ਸੰਤੋਖ ਸਿੰਘ ਨੇ ਸੀਸ ਝੁਕਾ ਕੇ ਹੁਕਮ ਮੰਨ ਕੇ ਡੇਰੇ ਦੀ ਸੇਵਾ ਸੰਭਾਲੀ। ਇੱਕ ਬਜ਼ੁਰਗ ਸਿੱਖ ਨੇ ਖੜੇ ਹੋ ਕੇ ਕਿਹਾ, ਮਹਾਰਾਜ, ਸਾਡੇ ਵਾਸਤੇ ਕੀ ਉਪਦੇਸ਼ ਹੈ? ਗੁਰੂ ਗੋਬਿੰਦ ਸਿੰਘ ਜੀ ਬੋਲੇ, ਖਾਲਸਾ ਜੀ, 10 ਨੌਹਾਂ ਦੀ ਕਿਰਤ ਕਰਨੀ, ਆਪਣੇ ਪੈਰਾਂ ਤੇ ਖੜੇ ਹੋ ਕੇ ਜੀਵਨ ਯਾਤਰਾ ਪੂਰੀ ਕਰਨੀ,
ਕਿਸੇ ਤੇ ਨਿਰਭਰ ਨਹੀਂ ਕਰਨਾ। ਆਪਣੀ ਨੇਕ ਕਮਾਈ ਵਿੱਚੋਂ ਗੁਰੂ ਕੇ ਦੁਆਰੇ ਦਸਵੰਧ ਜ਼ਰੂਰ ਦੇਣਾ। 100 ਹੱਥ ਰੱਸਾ ਸਿਰੇ ਤੇ ਗੰਢ, ਇਮਾਰਤਾਂ ਭਾਵੇਂ ਲੱਖ ਬਣਾਇਓ, ਪਰ ਯਾਦ ਰੱਖਿਓ ਸਿੱਖੀ ਦੀ ਇਮਾਰਤ ਸ਼ਹੀਦੀਆਂ ਉੱਤੇ ਖੜੀ ਹੈ। ਭਾਈ ਵਾਹ! ਇਮਾਰਤਾਂ ਭਾਵੇਂ ਲੱਖ ਬਣਾਇਓ, ਪਰ ਯਾਦ ਰੱਖਿਓ ਸਿੱਖੀ ਦੀ ਇਮਾਰਤ ਸ਼ਹੀਦੀਆਂ ਉੱਤੇ ਖੜੀ ਹੈ। ਗੁਰਦੁਆਰਾ ਇੱਟਾਂ ਜਾਂ ਚੂਨੇ ਦਾ ਨਾਂ ਨਹੀਂ, ਬਲਕਿ ਗੁਰਦੁਆਰਾ ਉਹ ਹੈ ਜਿੱਥੋਂ ਸਭ ਨੂੰ ਪਿਆਰ ਮਿਲੇ, ਸਤਿਕਾਰ ਮਿਲੇ। ਜੋ ਸੀਸ ਤੇ ਦਸਤਾਰ ਸਜਾਵੇ ਉਹ ਮੇਰਾ ਪੁੱਤਰ ਹੈ। ਜੇ ਮੇਰੇ ਸਿੰਘ ਹੋ ਤਾਂ ਪਰਲੋ ਤੱਕ ਵੀ, ਕਿਆਮਤ ਤੱਕ ਵੀ ਆਪਣੇ ਕਕਾਰ ਨਾ ਛੱਡਿਓ। ਐ ਖਾਲਸਾ ਜੀ, ਸ਼ਬਦ ਸੱਚੀ ਟਕਸਾਲ ਮੇਰੀ ਅਸਲੀ ਦੌਲਤ ਹੈ। ਪੂਜਾ ਸਿਰਫ ਅਕਾਲ ਦੀ ਕਰਨੀ, ਪਰਚਾ ਸ਼ਬਦ ਦਾ ਕਰਨਾ। ਇੰਨੀ ਗੱਲ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਲੰਮੇ ਪੈ ਗਏ। ਸੰਗਤਾਂ ਪ੍ਰਾਣਹੀਣ ਹੋਈਆਂ ਪਈਆਂ ਸਨ। ਸਿੱਖਾਂ ਦਾ ਵੈਰਾਗ ਦੇਖ ਕੇ ਗੁਰੂ ਸਾਹਿਬ ਨੇ ਹੁਕਮ ਕੀਤਾ, ਗੁਰਮਖੋ, ਸਾਡੀ ਚਿਖਾ ਦੇ ਦੁਆਲੇ ਕਨਾਤਾਂ ਲਾ ਦਿਓ। 6ਵੇਂ ਪਾਤਸ਼ਾਹ ਦੇ ਵੇਲੇ 2 ਸਿੱਖ ਗੁਰੂ ਜੀ ਦੀ ਚਿਖਾ ਵਿੱਚ ਛਾਲ ਮਾਰ ਗਏ ਸਨ। ਜਿਉਂ-ਜਿਉਂ ਤਕਾਲਾਂ ਪੈ ਰਹੀਆਂ ਸਨ, ਸੰਗਤਾਂ ਸਵਾਸ ਨਾਮ ਜਪ ਰਹੀਆਂ ਸਨ। ਕੁਝ ਸਿੰਘ ਵਿਯੋਗ ਵਿੱਚ ਇਹ ਸੋਚ ਕੇ ਬੁੱਤ ਬਣੇ ਖੜੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਵਾਨੀ ਦੀ ਰੁੱਤੇ ਸਾਨੂੰ ਛੱਡ ਕੇ ਜਾ ਰਹੇ ਹਨ। ਅਚਾਨਕ ਗੁਰੂ ਸਾਹਿਬ ਨੇ ਹੁਕਮ ਕੀਤਾ, ਗੁਰਮਖੋ, ਸਾਡਾ ਇਸ਼ਨਾਨ ਕਰਨ ਨੂੰ ਦਿਲ ਕਰਦਾ। ਐਡੀਏ ਸਿੱਖ ਨੇ, ਸੇਵਾਦਾਰ ਸਿੱਖ ਨੇ ਦੱਬੀ ਆਵਾਜ਼ ਵਿੱਚ ਬੇਨਤੀ ਕੀਤੀ, ਮਹਾਰਾਜ, ਮਸਾਂ ਤਾਂ ਜ਼ਖਮਾਂ ਉੱਤੇ ਅੰਗੂਰ ਆਏ ਹਨ, ਕਿਤੇ ਸੀਤੇ ਹੋਏ ਟਾਂਕੇ ਭਿੱਜਣ ਦੇ ਨਾਲ ਛਿੱਜ ਨਾ ਜਾਣ। ਗੁਰੂ ਸਾਹਿਬ ਖਿੜਖਿੜਾ ਕੇ ਹੱਸੇ ਅਤੇ ਫਰਮਾਇਆ, ਉਹ ਮੇਰੇ ਬਹਾਦਰ ਪੁੱਤਰੋ, ਤਾਰੇ ਟੁੱਟਦੇ ਦੇਖ ਕੇ ਡਰ ਲੱਗ ਰਿਹਾ? ਤੇ ਬੋਲੇ, ਕਬੀਰ, ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ, ਚਲੇ ਬਜਾਵਣ ਹਾਰ। ਪਿਆਰਿਓ, ਦੇਹੀ ਬਿਨਸਨਹਾਰ ਹੈ, ਪਰ ਆਤਮਾ ਅਮਰ ਹੈ। ਇਹ ਦੇਹ ਤਾਂ ਸੂਰਜ ਵਾਂਗ ਆਉਣੀ ਜਾਣੀ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਵਧਾਨ ਹੋ ਕੇ ਸੁੰਦਰ ਪੁਸ਼ਾਕ ਪਹਿਨੀ, ਕਲਗੀ, ਜਿਗਾ ਤੇ ਸ਼ਸਤਰ ਤਨ ਬਦਨ ਤੇ ਆਪ ਸਜਾਏ, ਆਪ ਅਰਦਾਸਾ ਸੋਧਿਆ ਤੇ ਸੰਗਤਾਂ ਵੱਲ ਚਿਹਰਾ ਮੁਬਾਰਕ ਕਰਕੇ ਕਹਿਣ ਲੱਗੇ, ਕੋਈ ਵੀ ਸਿੱਖ ਭੁੱਬ ਨਾ ਮਾਰੇ, ਰੁਦਨ ਨਾ ਕਰੇ, ਸਭ ਕਾਰਜ ਰਾਸ ਹੋਣਗੇ। ਹੁਣ ਤੋਂ ਬਾਅਦ 5 ਪਿਆਰਿਆਂ ਤੋਂ ਬਿਨਾਂ ਕੋਈ ਵੀ ਸਾਡੇ ਕੋਲ ਨਾ ਆਵੇ। ਜਦੋਂ ਅੱਧੀ ਰਾਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਲਾਕੀ ਮਾਰ ਕੇ ਘੋੜੇ ਉੱਪਰ ਸਵਾਰ ਹੋਏ, ਸੰਗਤਾਂ ਨੂੰ ਗੱਜ ਕੇ ਫਤਿਹ ਬੁਲਾਈ ਅਤੇ ਕਨਾਤ ਵੱਲ ਚੱਲ ਪਏ। ਸਾਰੇ ਹਾਜ਼ਰੀਨ ਕਾਲਜਾ ਫੜ ਕੇ ਬੈਠ ਗਏ। ਇੱਕ ਨੌਜਵਾਨ ਸਿੱਖ ਨੇ ਉੱਚੀ ਆਵਾਜ਼ ਵਿੱਚ ਕਿਹਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਬ ਚੱਲ ਨਗਰ ਮਝਾਰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਘੋੜੇ ਨੂੰ ਅੱਡੀ ਲਾਈ ਤਾਂ ਉਹ ਕਨਾਤਾਂ ਵੱਲ ਸਰਪਟ ਦੌੜਿਆ। 5 ਸਿੰਘਾਂ ਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਚਿਖਾ ਉੱਤੇ ਚੌਕੜਾ ਮਾਰ ਕੇ ਬੈਠੇ ਹਨ, ਜਿਵੇਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਲਾਹੌਰ ਬੈਠੇ ਸਨ। ਹੁਣ ਇੱਕ ਨੂਰਾਨੀ ਲਾਟ ਅਸਮਾਨ ਵੱਲ ਜਾ ਰਹੀ ਸੀ। ਇਸ ਦੀ ਰੌਸ਼ਨੀ ਇੰਨੀ ਤੇਜ਼ ਸੀ ਕਿ ਸਭ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਗੁਰੂ ਸਾਹਿਬ ਦੇਖਦੇ ਹੀ ਦੇਖਦੇ ਅਲੋਪ ਹੋ ਗਏ। ਆਕਾਸ਼ ਵਿੱਚ ਨੀਲੇ ਘੋੜੇ ਦੇ ਪੌੜਾਂ ਦੀ ਆਵਾਜ਼ ਸਭ ਨੂੰ ਸੁਣਾਈ ਦਿੱਤੀ। ਹਵਾ ਵਿੱਚੋਂ ਇਉਂ ਆਵਾਜ਼ ਆਈ ਜਿਵੇਂ ਬਾਜ਼ ਦੇ ਖੰਭ ਫੜਫੜਾ ਰਹੇ ਹੋਣ। ਹਾਂਜੀ ਭੈਣ ਜੀ, ਆਜੋ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ। ਭਾਜੀ, ਹਾਂਜੀ ਹਾਂਜੀ, ਇੱਧਰ ਹੁਣ ਆਪਾਂ ਸ਼ਾਮ ਦਾ ਵੇਲਾ ਜਿਸ ਤਰ੍ਹਾਂ ਹੋਇਆ ਹੈ,
ਹਜ਼ੂਰ ਸਾਹਿਬ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਤੰਬੂ ਵਿੱਚ ਬੈਠੇ ਹਨ। ਇੱਧਰ ਦੇ ਕਹਿੰਦੇ ਹਨ ਕਿ ਦੋ ਪਠਾਨ, ਔਲਾ ਖਾਨ ਤੇ ਗੁਲ ਖਾਨ, ਇਹ ਦੋਨੇ ਪੈਂਦੇ ਖਾਂ ਦੇ ਸੰਗੀ ਸਨ। ਸੱਚੇ ਪਿਤਾ ਜੀ ਨੂੰ ਸ਼ਾਮ ਦਾ ਵੇਲਾ ਰਹਿ ਰਸਤਾ ਸੀ, ਪਾਠ ਕੀਤਾ ਅਤੇ ਆਪਣੇ ਆਸਣ ਤੇ ਬੈਠੇ ਹਨ। ਸਿੰਘ ਬਾਹਰ ਆਪਣੇ ਕੰਮਕਾਰ ਵਿੱਚ ਰੁੱਝੇ ਹੋਏ ਹਨ। ਪਠਾਨ ਹੋਣਾ ਦੇਖਿਆ ਕਿ ਸੱਚੇ ਪਿਤਾ ਨੇਤਰ ਬੰਦ ਹਨ, ਆਪਣੀ ਮੌਜ ਵਿੱਚ ਬੈਠੇ ਹਨ। ਇਹ ਤਾਂ ਆਪ ਖੁਦ ਪਾਣਾ ਵਰਤਾਉਣ ਵਾਲੇ ਸਨ। ਕਹਿੰਦੇ ਹਨ ਕਿ ਕਿਸੇ ਦੀ ਕੀ ਮਜਾਲ ਕੇ ਗੁਰੂ ਤੇ ਕੋਈ ਆ ਕੇ ਹਮਲਾ ਕਰ ਜਾਵੇ। ਇਹਨਾਂ ਪਠਾਨਾਂ ਨੇ ਆਪਣਾ ਖੰਜਰ ਕੱਢ ਕੇ ਗੁਰੂ ਜੀ ਤੇ ਵਾਰ ਕੀਤਾ। ਖੰਜਰ ਗੁਰੂ ਜੀ ਤੇ ਲੱਗ ਗਿਆ, ਪੇਟ ਵਿੱਚ ਲੱਗਿਆ। ਕਹਿੰਦੇ ਹਨ ਕਿ ਗੁਰੂ ਜੀ ਨੇ ਜ਼ਖਮ ਲੱਗਦੇ ਸਾਰ ਹੀ ਸਾਵਧਾਨ ਹੋ ਗਏ ਅਤੇ ਇੱਕ ਹੱਥ ਨਾਲ ਜ਼ਖਮ ਨੂੰ ਦਬਾ ਕੇ ਅਤੇ ਦੂਜੇ ਹੱਥ ਵਿੱਚ ਤਲਵਾਰ ਫੜ ਕੇ ਕਾਤਲ ਦੇ ਵਾਰ ਕੀਤਾ ਤੇ ਉੱਥੇ ਹੀ ਉਹ ਡਿੱਗ ਗਿਆ। ਅਤੇ ਗੁਰੂ ਜੀ ਨੇ ਆਵਾਜ਼ ਦਿੱਤੀ, ਕੋਈ ਹੈ? ਸਿੱਖ ਸਾਰੇ ਇਕੱਠੇ ਹੋ ਗਏ ਅਤੇ ਦੂਸਰੇ ਪਾਸੇ ਪਠਾਨ ਨੂੰ ਵੀ ਫੜ ਲਿਆ ਗਿਆ ਜਿਹੜਾ ਦੌੜਿਆ ਸੀਗਾ। ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਗੁਰੂ ਜੀ ਦਾ ਜ਼ਖਮ ਨਾਜ਼ੁਕ ਜਗ੍ਹਾ ਤੇ ਸੀ। ਜ਼ਖਮਾਂ ਉੱਤੇ ਮਲਮ ਪੱਟੀ ਕੀਤੀ ਗਈ, ਟਾਂਕੇ ਵੀ ਲਗਾਏ ਗਏ। ਕੁਝ ਦਿਨਾਂ ਵਿੱਚ ਜ਼ਖਮ ਭਰਨ ਲੱਗ ਗਿਆ, ਸਿਹਤ ਵਿੱਚ ਕੁਝ ਠੀਕ ਹੋਣ ਲੱਗ ਗਈ। ਸਿੱਖ ਬਹੁਤ ਉਦਾਸ ਸਨ, ਪਰ ਜਦੋਂ ਗੁਰੂ ਜੀ ਥੋੜਾ ਜਿਹਾ ਠੀਕ ਹੋਏ, ਸੰਗਤ ਵਿੱਚ ਆਉਣ ਲੱਗ ਪਏ, ਸਿੱਖ ਖੁਸ਼ ਹੋ ਗਏ, ਸ਼ਸਤਰ ਸਜਾਏ। ਇੱਧਰ ਕਹਿੰਦੇ ਹਨ ਕਿ ਬਹਾਦਰ ਸ਼ਾਹ ਦੇ ਅਹਿਲਕਾਰ ਪਤਾ ਕਰਨ ਆਏ ਸਨ ਕਿ ਕਿਸ ਤਰ੍ਹਾਂ ਦੇਖੀਏ ਕਿ ਗੁਰੂ ਜੀ ਦੀ ਕੀ ਹਾਲਤ ਹੈ, ਅਤੇ ਇੱਕ ਵੱਡਾ ਸਾਰਾ ਧਨਕ ਪਿਆ ਸੀ ਉੱਥੇ। ਉਹਨਾਂ ਨੇ ਮਨ ਵਿੱਚ ਫੁਰਨਾ ਆਇਆ ਕਿ ਇਹ ਗੁਰੂ ਜੀ ਦਿਖਾਵੇ ਵਾਸਤੇ ਰੱਖਿਆ ਹੈ, ਇਸ ਦੇ ਕੋਈ ਚਿਲਾ ਕਿਉਂ ਨਹੀਂ ਚੜਿਆ ਹੋਇਆ। ਤਾਂ ਧੰਨ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਖਮ ਅੰਦਰੋਂ ਹਾਲੇ ਹੱਲਾ ਸੀ, ਕੱਚਾ ਸੀ। ਇਤਿਹਾਸਕਾਰ ਕਹਿੰਦੇ ਹਨ ਉਹਨਾਂ ਦੇ ਫੁਰਨੇ ਨੂੰ ਬੂਝਦਿਆਂ ਹੋਇਆ ਉਹ ਧਨਕ ਨੂੰ ਚੁੱਕਿਆ ਅਤੇ ਸ਼ਮਸ਼ੇਰ ਪਿਤਾ ਸੱਚੇ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿਲਾ ਤਾਂ ਚੜਾ ਦਿੱਤਾ, ਪਰ ਇੰਨੇ ਜ਼ੋਰ ਨਾਲ ਚੜਾਇਆ ਕਿ ਜ਼ਖਮਾਂ ਦੇ ਟਾਂਕੇ ਜਿਹੜੇ ਸਨ ਉਹ ਟੁੱਟ ਗਏ। ਸਿੱਖ ਸਾਰੇ ਆਏ, ਜ਼ਖਮਾਂ ਤੇ ਟਾਂਕੇ ਫੇਰ ਲਗਾਏ ਜਾਣ, ਪਰ ਗੁਰੂ ਜੀ ਨੇ ਰੋਕ ਦਿੱਤਾ। ਕਹਿੰਦੇ ਹਨ ਕਿ ਪੱਟੀ ਬੰਨੀ ਗਈ, ਪਰ ਗੁਰੂ ਜੀ ਨੇ ਕਿਹਾ ਸਾਡਾ ਵਕਤ ਆ ਗਿਆ ਹੈ, ਉਹ ਪਿਆਰੇ ਦੇ ਪ੍ਰੀਤਮ ਦੇ ਦੇਸ਼ ਤੇ ਜਾਣ ਦਾ ਵਕਤ ਆ ਗਿਆ ਹੈ। ਕਹਿੰਦੇ ਹਨ ਕਿ ਸੰਗਤਾਂ ਇਕੱਠੀਆਂ ਹੋਈਆਂ, ਬਾਣੀ ਦਾ ਪ੍ਰਵਾਹ ਵੀ ਚੱਲਦਾ ਰਿਹਾ। ਕੱਤਕ ਸੁਰ ਦੀ ਦੂਜ ਆਈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਵਾਰਾ ਲੈ ਕੇ ਆਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੋਹਣੀ ਵਿਛਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੱਚੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਇਕੱਠੀ ਹੋਈ। ਕਹਿੰਦੇ ਹਨ ਕਿ ਸੰਗਤਾਂ ਵੈਰਾਗ ਵਿੱਚ ਆਈਆਂ ਸਨ। ਤਿਸ ਪਿਆਰੇ ਸਿਉਨਿਓ ਤਿਸ ਆਗੇ ਮਰ ਚਲੀਏ। ਕਹਿੰਦੇ ਹਨ ਕਿ ਸੰਗਤਾਂ ਬਹੁਤ ਉਦਾਸ ਸਨ। ਇੱਕ ਕਹਿੰਦਾ ਹੈ, ਕਹਿੰਦੇ ਆ ਉਹਦੇ ਹੱਥ ਵਿੱਚ ਬਾਜ, ਉਹਦੇ ਦੂਜੇ ਹੱਥ ਵਿੱਚ ਘੋੜਾ, ਉਹਦੀ ਵਾਰ ਬੜੀ ਲੰਮੀ, ਪਰ ਉਸਦਾ ਸਮਾਂ ਬੜਾ ਥੋੜਾ। ਕਿਉਂਕਿ 42 ਸਾਲ ਦੀ ਜਿਹੜੀ ਉਮਰ ਸੀ ਸੱਚੇ ਪਿਤਾ ਦੀ, ਇੰਨੀ ਚ ਉਮਰ ਚ ਉਹਨਾਂ ਨੇ ਦੇਖ ਲਓ ਕੀ ਨਹੀਂ ਕੀਤਾ, ਕੀ ਨਹੀਂ ਦੇਖਿਆ, ਕੀ ਸਿੱਖ ਧਰਮ ਵਾਸਤੇ, ਸਿੱਖਾਂ ਵਾਸਤੇ, ਸਿੱਖੀ ਸਿਦਕ ਵਾਸਤੇ ਕੀ ਨਹੀਂ ਕੀਤਾ ਉਹਨਾਂ ਨੇ। ਕਹਿੰਦੇ ਹਨ ਕਿ 42 ਸਾਲ ਦੀ ਉਮਰ, ਜੇ ਅਸੀਂ ਸੋਚੀਏ ਸਿੱਖਾਂ ਨੇ ਕਿਹਾ ਆਪ ਕੀ ਭਾਣਾ ਵਰਤਾਨ ਲੱਗੇ ਹੋ, ਸਾਨੂੰ ਕਿਸ ਤੇ ਲੜ ਲਾ ਕੇ ਚੱਲੇ ਹੋ। ਸਾਰਿਆਂ ਸਿੱਖਾਂ ਨੂੰ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦੇ ਲੜ ਲੱਗਣਾ ਹੈ, ਆਪਸ ਵਿੱਚ ਪਿਆਰ ਕਰਨਾ ਹੈ, ਪੰਥ ਦੇ ਵਾਧੇ ਨੂੰ ਲੋਚਣਾ ਹੈ, ਆਗਿਆ ਗ੍ਰੰਥ ਸ੍ਰੀ ਗੁਰੂ ਜੀ ਦੀ ਕਰਨੀ ਹੈ, ਸ਼ਬਦ ਦੀ ਖੋਜਣਾ ਕਰਨੀ ਹੈ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ, 5 ਪਰਿਕਰਮਾ ਕੀਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ। ਕੱਤਕ ਸੁਰ ਦੀ ਦੂਜ ਤੋਂ ਲੈ ਕੇ 3, 4, 5 ਦੀ ਰਾਤ ਨੂੰ ਆਪ ਕਹਿੰਦੇ ਹਨ ਕਿ ਇਸ ਤਰ੍ਹਾਂ ਭਾਜੀ ਨੇ ਦੱਸਿਆ ਹੈ, ਪਿਆਨਾ ਕਰ ਗਏ ਹਨ। 5 ਦਿਨ ਕੀਰਤਨ ਹੁੰਦਾ ਰਿਹਾ। ਉੱਥੇ ਕਹਿੰਦੇ ਹਨ ਕਿ ਖਾਲਸੇ ਨੂੰ ਆਗਿਆ ਦੇ ਕੇ, ਜਿਸ ਤਰ੍ਹਾਂ ਸ਼ਬਦ ਪੜਿਆ ਹੈ, ਆਗਿਆ ਪਈ ਅਕਾਲ ਕੀ, ਰੋਜ਼ ਪੜ੍ਹਦੇ ਹਾਂ ਆਪਾਂ, ਸਵੇਰੇ ਸ਼ਾਮ ਅਰਦਾਸ ਤੋਂ ਪਹਿਲਾਂ ਕਰਦੇ ਹਾਂ, ਪੜ੍ਹ ਕੇ ਕਰਦੇ ਹਾਂ, ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਨੇ। ਸੋ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹਦੇ ਵਿੱਚ ਹੀ ਸਾਰਾ ਕੁਝ ਸਾਡਾ ਹੈ। ਕਹਿੰਦੇ ਹਨ ਕਿ ਖਾਲਸਿਆਂ ਨੂੰ ਆਖਿਆ ਕਿ ਸਾਡੇ ਪਿੱਛੋਂ ਖਾਲਸੇ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਇਹ ਅਜਿਹਾ
ਜੁਗੋ ਜੁਗ ਅਟਲ ਗੁਰੂ ਜੀ ਹੋਣਗੇ ਜੋ ਪਰਲੋਕ ਤੱਕ ਤੁਹਾਡੀ ਅਗਵਾਈ ਕਰਨਗੇ ਤੇ ਸਦਾ ਤੁਹਾਡੇ ਉਪਦੇਸ਼ ਆਤਮਕ ਪ੍ਰਕਾਸ਼ ਦੇ ਸ਼ਾਂਤੀ ਦੇਣਗੇ ਤੁਹਾਨੂੰ। ਇਹ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਸੀਸ ਝੁਕਾਉਣਾ ਹੈ ਅਤੇ ਵਿਸ਼ਵਾਸ ਪੱਕੇ ਹਿਰਦੇ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਕਹਿੰਦੇ ਹਨ ਕਿ ਬਾਣੀ ਸਚਾਈ ਦਾ ਪ੍ਰਕਾਸ਼ ਹੈ, ਆਤਮਿਕ ਸ਼ਾਂਤੀ ਦੇਣ ਵਾਲੀ ਹੈ। ਜੋ ਫੜਦੇ ਪੱਲਾ ਸਤਿਗੁਰ ਬਾਣੀ ਦਾ, ਜੋ ਫੜਦੇ ਪੱਲਾ ਸਤਿਗੁਰ ਬਾਣੀ ਦਾ, ਉਹ ਭਵ ਸਾਗਰ ਤਰ ਜਾਂਦੇ ਨੇ। ਨਾ ਮਾਣ ਕਰੀ ਕਿਸੇ ਗੱਲ ਦਾ, ਨਾ ਮਾਣ ਕਰੀ ਕਿਸੇ ਗੱਲ ਦਾ। ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿੰਦੇ ਹਨ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ। ਸੱਚੀ ਬਾਣੀ ਇਹ ਸੱਚੇ ਪਾਤਸ਼ਾਹ ਆਪ ਹਨ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਈ। ਐਸੇ ਦੇ ਨਾਲ ਕੋਈ ਹੋਰ ਮੁਕਾਬਲਾ ਨਹੀਂ ਕਰ ਸਕਦਾ। ਬਾਣੀ ਸਾਡੇ 10 ਗੁਰੂਆਂ ਦੀ ਜੋਤ, ਇਹ ਬਾਣੀ ਸਾਡੀ ਆਪਣੀ ਬਾਣੀ, ਗੁਰੂ ਸਾਹਿਬ ਦੇ ਵਿੱਚ ਵਸਦੇ ਆ। ਕਹਿੰਦੇ ਹਨ ਗੁਰੂਆਂ ਭਗਤਾਂ ਤੇ ਗੁਰਸਿੱਖਾਂ ਪਿਆਰਿਆਂ ਦੇ ਸ਼ੁਭ ਬਚਨਾਂ ਵਿਚਾਰਾਂ ਦਾ ਤਤ ਬਾਣੀ। ਗੁਰੂਆਂ ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਸ਼ੁਭ ਬਚਨਾਂ ਵਿਚਾਰਾਂ ਦੀ ਤਤ ਬਾਣੀ। ਜੁਗੋ ਜੁਗ ਅਟਲ ਇਹ ਜੋਤ ਸੱਚੀ, ਸਦਾ ਰਹੀ ਤੇ ਰਹੇਗੀ ਸਤ ਬਾਣੀ। ਸੱਚੀ ਰਚੀ ਗਈ ਹੈ ਸਾਰੀ ਮਨੁੱਖਤਾ ਲਈ, ਰਚੀ ਗਈ ਹੈ ਸਾਰੀ ਮਨੁੱਖਤਾ ਲਈ। ਭੁੱਲਾਂ ਮੰਗਦੀ ਸਦਾ ਸਰਬੱਤ ਬਾਣੀ। ਪੜ੍ਹ ਸੁਣ ਕੇ ਜਿਹੜਾ ਵਿਚਾਰਦਾ ਹੈ, ਪੜ੍ਹ ਸੁਣ ਕੇ ਜਿਹੜਾ ਵਿਚਾਰਦਾ ਹੈ, ਕੱਢੇ ਉਸਦੇ ਦਿਲੋਂ ਸਤ ਬਾਣੀ। ਐਸੀ ਬਾਣੀ ਹੈ ਜਿਹੜਾ ਵਿਚਾਰ ਕਰਦਾ ਹੈ, ਪੜ੍ਹਦਾ ਹੈ, ਉਹੀ ਮਨ ਨੂੰ ਸੁਧਾਰ ਸਕਦਾ ਹੈ। ਸੜਦੇ ਭੁੱਜਦੇ ਤੇ ਤਪਦੇ ਹਿਰਦਿਆਂ ਨੂੰ ਪਲਾਂ ਵਿੱਚ ਕਰਦੀ ਠੰਡਾ ਠਾਰ ਬਾਣੀ। ਤਨ ਮਨ ਤੇ ਰੋਗਾਂ ਨੂੰ ਦੂਰ ਕਰਕੇ ਦਿੰਦੀ ਹਉਮੈ ਦੀ ਮੈਲ ਉਤਾਰ ਬਾਣੀ। 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਗੋ ਜੁਗ ਟਲ ਜਾਗਦੀ ਜੋਤ, ਗੁਰੂ ਗੁਰਾਬ ਆਪ ਹੈ ਬਾਣੀ। ਕਹਿੰਦੇ ਹਨ ਇਹ ਬਾਣੀ ਸਾਡੀ ਐਸੀ ਹੈ। ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਵਲ ਧਰਮ ਗ੍ਰੰਥ ਨਹੀਂ, ਬਲਕਿ 64 ਤਖਤਾਂ ਦੇ ਮਾਲਕ 10 ਪਾਤਸ਼ਾਹਾਂ ਦੀ ਜਾਗਦੀ ਜੋਤ, ਗੁਰਗੱਦੀ ਦੇ ਵਿਰਾਜਮਾਨ ਸਤਿਗੁਰੂ ਜੀ ਆਪ ਹਨ। ਬਾਣੀ ਨਿਰੰਕਾਰ ਦੇ ਅਮੁੱਲੇ ਬੋਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਦੀ ਪਹਿਚਾਨ ਹੈ, ਜਿੰਦ ਜਾਨ ਹੈ, ਰੂਹ ਤੇ ਸਰੀਰ ਹੈ। ਇਹਦਾ ਰਿਸ਼ਤਾ ਹੈ, ਰੂਹ ਤੇ ਸਰੀਰ ਦਾ ਇਹ ਰਿਸ਼ਤਾ ਹੈ। ਇਤਿਹਾਸ ਵਿੱਚ ਇੱਕੋ ਹੀ ਗ੍ਰੰਥ ਹੈ ਜਿਸ ਨੂੰ ਗੁਰੂ ਜੀ ਨੇ ਆਪ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ, ਪਰਚਾ, ਸ਼ਬਦ ਦਾ ਵਿਚਾਰ ਗੁਰੂ ਦੇ ਦੀਦਾਰ ਹਨ। ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਕੇ ਸ਼ਬਦ ਗੁਰੂ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ ਹੈ, ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ, ਮੂਰਤੀਆਂ ਦੀ ਭਟਕਣਾ ਵਿੱਚ ਸਾਨੂੰ ਖਤਮ ਕਰ ਦਿੱਤਾ ਹੈ। ਸਾਨੂੰ ਇਹਨਾਂ ਤੋਂ ਉੱਪਰ ਚੱਕ ਕੇ ਗੁਰਬਾਣੀ ਦੇ ਲੜ ਸੱਚੇ ਪਿਤਾ ਨੇ ਲਾਇਆ ਹੈ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਜੀਵਾਂ ਤੇਰੀ ਬਾਣੀ। ਇਹ ਬਾਣੀ ਜੋ ਸਾਨੂੰ ਸੁਣ ਸੁਣ ਕੇ ਆਪਣਾ ਜੀਵ ਉਧਾਰ ਕਰਨਾ ਹੈ, ਇਸ ਦੇ ਨਾਲ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ। ਹਾਂਜੀ ਭਾਜੀ, ਇੱਕ ਤੁਹਾਡੀ 7000 ਰੁਪਇਆ ਚੋਂ ਮੈਂ ਲਿਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਗ੍ਰੰਥਾਂ ਵਿੱਚੋਂ ਰੱਬ ਬੋਲਦਾ, ਗ੍ਰੰਥਾਂ ਵਿੱਚੋਂ ਰੱਬ ਬੋਲਦਾ, ਪਰ ਸਮਝਦਾ ਨਹੀਂ ਇਨਸਾਨ। ਗ੍ਰੰਥਾਂ ਨਾਲ ਫਿਲਾਸਫੀ ਤੁਰਦੀ, ਹੋਵੇ ਬੰਦਾ ਬੰਦੇ ਦੀ ਪਰਖ ਪਛਾਣ। ਗਿਆਨ ਬਿਨਾ ਬੰਦੇ ਸਭ ਗੂੰਗੇ, ਗਿਆਨ ਬਿਨਾ ਬੰਦੇ ਸਭ ਗੂੰਗੇ। ਗਿਆਨਵਾਨ ਹੋਵਣ ਮਹਿਮਾਨ, ਗੁਰੂ ਗ੍ਰੰਥ ਜੋ ਸਮਝੇ ਜ਼ਖਮੀ, ਗੁਰੂ ਗ੍ਰੰਥ ਜੋ ਸਮਝੇ ਜ਼ਖਮੀ। ਵਹਿਮ ਭਰਮ ਛੁੱਟਦੇ ਗੁਮਾਨ, ਵਹਿਮ ਭਰਮ ਛੁੱਟਦੇ ਗੁਮਾਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਜੋ ਵਹਿਮਾਂ ਭਰਮਾਂ ਵਿੱਚ ਦੁਨੀਆ ਪਈ ਹੈ, ਪੀਰਾਂ ਫਕੀਰਾਂ ਦੇ ਪਿੱਛੇ ਫਿਰਦੀ ਹੈ, ਇਹ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਾਰਾ ਕੁਛ ਹਨ। ਇਹਨੂੰ ਮੰਨੋ, ਇਹਦੇ ਅੱਗੇ ਸੀਸ ਨਿਵਾਓ, ਹੋਰ ਕੋਈ ਨਹੀਂ, ਕਿਸੇ ਦੇ ਅੱਗੇ ਹੋ ਸੀਸ ਨਾ ਨਿਵਾਓ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਆਪ ਗੁਰੂ ਹਨ, ਪ੍ਰਤੱਖ ਗੁਰੂ ਹਨ, ਜਾਗਤੀ ਜੋਤ ਹਨ, ਰੂਹਾਨੀ ਗੁਰੂ ਹਨ ਸਾਡੇ। ਸੋ ਆਓ ਭਾਜੀ, ਆਓ ਭਾਜੀ, ਆਓ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਨਾਂਦੇੜ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਔਰ ਸੰਗਤਾਂ ਨੂੰ ਕਰਵਾ ਰਹੇ ਹਾਂ। ਸਿੱਖ ਚੈਨਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 315ਵਾਂ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। ਗੱਲ ਚੱਲ ਰਹੀ ਸੀ ਇੱਕ ਸਿੱਖ ਦੌੜਦਾ ਆਇਆ ਜੋ ਮੁੜਕੀ ਹੋਇਆ ਪਿਆ ਸੀ।
ਜ਼ਬਾਨ ਥਥਲਾ ਰਹੀ ਸੀ ਤੇ ਉਹ ਮੁਸ਼ਕਲ ਨਾਲ ਸੰਭਲ ਕੇ ਬੋਲਿਆ, ਹੁਣੇ ਮੈਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੀਲੇ ਘੋੜੇ ਨੂੰ ਤੇਜ਼ ਰਫ਼ਤਾਰ ਨਾਲ ਦੌੜਾ ਕੇ ਸਤ ਕਰਤਾਰ ਕਹਿ ਕੇ ਬੱਦਲਾਂ ਵਿੱਚ ਆਲੋਪ ਹੋ ਗਏ ਹਨ। ਫਿਰ ਭਲਕੇ ਦਿਨ ਚੜ੍ਹਿਆ ਤਾਂ ਖਾਲਸਾ ਜੀ ਨੇ ਦਰਬਾਰ ਲਾਇਆ। ਪੰਜਾਂ ਪਿਆਰਿਆਂ ਨੇ ਇਸ ਕੌਤਕ ਦਾ ਬਿਆਨ ਕੀਤਾ। ਫਿਰ ਸਾਰਿਆਂ ਨੇ ਅੰਗੀਠਾ ਸਾਹਿਬ ਦੇਖਿਆ ਜੋ ਠੰਡਾ ਠਾਰ ਹੋਇਆ ਸੀ। ਉਸ ਦੀ ਸ਼ਕਲ ਇੱਕ ਓਅੰਕਾਰ ਵਰਗੀ ਬਣੀ ਹੋਈ ਸੀ। ਮਹਾਨ ਯੋਧਾ, ਤਪਸਵੀ, ਲੇਖਕ, ਕਵੀ ਅਤੇ ਜਗਤ ਸੁਧਾਰਿਕ ਗੁਰੂ ਗੋਬਿੰਦ ਸਿੰਘ ਸਾਹਿਬ ਜੱਗ ਨੂੰ ਤਾਰ ਕੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਗਏ। ਇਹ ਬਹੁਤ ਵੱਡੀ ਤੇ ਸਮਝਣ ਵਾਲੀ ਗੱਲ ਹੈ ਕਿ ਹਰੇਕ ਸਿੱਖ ਨੂੰ ਆਪਣੇ ਵਰਗੀ ਨੁਹਾਰ ਤੇ ਸਰੂਪ ਦੇ ਗਏ ਹਨ। ਸਾਨੂੰ ਹੁਕਮ ਕਰ ਗਏ ਹਨ ਕਿ ਜਿੱਥੇ 5 ਸਿੰਘ ਹੋਣਗੇ ਅਸੀਂ ਹਾਜ਼ਰ ਹੋਵਾਂਗੇ। ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਸਿੱਖੀ ਪੰਥ ਨੂੰ ਹਮੇਸ਼ਾ ਆਬਾਦ ਕਰਦੀ ਰਹੇਗੀ, ਪ੍ਰਫੁੱਲਤ ਕਰਦੀ ਰਹੇਗੀ। ਇਸ ਬੇਮਿਸਾਲ ਸ਼ਹੀਦੀ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਲੱਖਾਂ ਸਿੰਘਾਂ ਨੇ ਮੌਤ ਨੂੰ ਹਮੇਸ਼ਾ ਮਖੌਲ ਕੀਤਾ ਅਤੇ ਅੱਜ ਵੀ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾ ਰਹੇ ਹਨ। ਅੱਜ ਵੀ ਪ੍ਰੇਮਾ ਭਗਤੀ ਵਾਲੇ ਸਿੱਖ ਮਹਿਸੂਸ ਕਰਦੇ ਹਨ, इन पुत्रन के शीश पर वार दिए सुत चार, चार मुए तो क्या हुआ, जीवत कई हजार। I would like to speak few words about 315th Gurgaddi Divas of Sri Guru Granth Sahib for our young generation and English speaking friends. Gurgaddi means seat of the Guru. The Gurgaddi being passed from one Sikh Guru Sahib to the next was a ceremony that bestowed the Guruship upon the new Guru Sahib. Gurta Gaddi is an important Sikh religious event held every 3rd November. The event honors when the 10th and last Sikh Guru Sahib, Guru Gobind Singh Sahib, declared that Guru Granth Sahib from that moment would be the only Guru or the guiding force. The message was delivered on 3rd November 1708 by Guru Gobind Singh Sahib at Nanded, presently in the state of Maharashtra in India. Guru Gobind Singh Sahib established Khalsa and conferred the states of the Guru to the Guru Granth Sahib and elevated it as the everlasting Guru. Thank you. ਅਖੀਰ ਵਿੱਚ ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਉਸ ਉੱਤੇ ਪੰਛੀ ਝਾਤ ਮਾਰਾਂਗੇ ਸ਼ਾਇਰੀ ਦੇ ਸਬੱਬ ਨਾਲ। ਹੁਣ ਤੱਕ ਲਿਖੀਆਂ ਗਈਆਂ 100-150 ਕਵਿਤਾਵਾਂ ਵਿੱਚੋਂ ਇਹ ਕਵਿਤਾ ਮੈਂ ਖਾਸ ਤੌਰ ਤੇ ਤੁਹਾਡੇ ਵਾਸਤੇ ਲੱਭ ਕੇ ਲਿਆਇਆ। ਇਸ ਪੰਛੀ ਝਾਤ ਦੇ ਨਾਲ ਤੁਹਾਨੂੰ ਦਰਸ਼ਨ ਹੋ ਜਾਣਗੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ। ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ, ਤੁਸੀਂ ਸਮਝ ਲਵੋਗੇ 5 ਕਮੈਂਟਾਂ ਵਿੱਚ ਮੈਂ ਇਹ ਸਾਰੀ ਸਾਖੀ ਕਵਿਤਾ ਦੇ ਰੂਪ ਵਿੱਚ, ਸ਼ਾਇਰੀ ਦੇ ਰੂਪ ਵਿੱਚ ਆਪ ਸਭ ਦੀ ਨਜ਼ਰ ਕਰਦਾ ਹਾਂ। ਗੱਲ ਤੋਂ ਸ਼ੁਰੂ ਹੁੰਦੀ ਹੈ, ਗੁਰੂ ਨਾਨਕ ਸਾਹਿਬ ਰੀਤ ਆਈ ਸਾਰੀ ਉਮਰ ਇਹ ਬਾਣੀ ਗਾਈ। ਗੁਰੂ ਨਾਨਕ ਸਾਹਿਬ ਰੀਤ ਚਲਾਈ ਸਾਰੀ ਉਮਰ ਇਹ ਬਾਣੀ ਗਾਈ। ਅਨਮੋਲ ਚੀਜ਼ਾਂ ਦਾ ਮੁੱਲ ਨਹੀਂ ਹੁੰਦਾ, ਕੁੱਲ ਜ਼ਮਾਨਾ ਇਹ ਗੱਲ ਕਹਿੰਦਾ। ਤੁਰਕੀ ਬਾਣੀ ਆਈ ਕਹਿੰਦੇ, ਢੁੱਕ ਢੁੱਕ ਕੇ ਗੁਰਸਿੱਖ ਬਹਿੰਦੇ। ਆਸਾ ਹੱਥ ਕਿਤਾਬ ਕੱਛ ਜੋਤੀ, ਇਹੀ ਬਣੀ ਸੀ ਪਹਿਲੀ ਪੋਥੀ। ਸਿੱਖੀ ਮਕਾਨ ਦੀਆਂ ਨੀਹਾਂ ਮਜ਼ਬੂਤ, ਬਾਣੀ ਸਭ ਤੋਂ ਵੱਡਾ ਸਬੂਤ। 62 ਸ਼ਲੋਕ ਗੁਰੂ ਅੰਗਦ ਉਚਾਰੇ, ਸਾਂਭ ਸਾਂਭ ਕੇ ਰੱਖੇ ਸਾਰੇ। ਤੀਜੇ ਗੁਰਾਂ ਦਾ ਆਇਆ ਮੌਕਾ, ਗਾਵੋ ਸੱਚੀ ਬਾਣੀ ਦਿੱਤਾ ਸੀ ਹੋਕਾ। ਗੁਰਾਂ ਉਤਾਰੇ
ਗੁਰਾਂ ਉਚਾਰੇ ਸ਼ਬਦ ਸਲੋਕ, ਜਿਨ੍ਹਾਂ ਬਦੌਲਤ ਜ਼ਿੰਦਾ ਭਲੇ ਲੋਕ। ਗੁਰੂ ਰਾਮਦਾਸ ਜੀ ਪਾਇਆ ਹਿੱਸਾ, ਗੌਰ ਨਾਲ ਸੁਣਿਓ ਸਾਰਾ ਕਿੱਸਾ। ਵਾਰੀ ਦੇ ਨਾਲ ਆਇਆ ਦੋਤਾ, ਜੋ ਬਣਿਆ ਬਾਣੀ ਕਾ ਬੋਇਥਾ। ਕੱਚੀ ਬਾਣੀ ਦਾ ਦੌਰ ਸੀ ਹੋਇਆ, ਗੁਰੂ ਅਰਜਨ ਮਹਾਕਾਰਜ ਛੋਇਆ। ਸਰੰਦੇ ਨਾਲ ਸਨ ਸ਼ਬਦ ਸੁਣਾਏ, ਬਾਬਾ ਮੋਹਨ ਜੀ ਪੋਥੀਆਂ ਲਿਆਏ। ਆਰਾਮ ਸਰ ਅਸਥਾਨ ਸੀ ਚੁਣਿਆ, ਫਿਲਾਸਫੀ ਦਾ ਇਹ ਰੇਸ਼ਮ ਬੁਣਿਆ। ਗੁਰੂ ਅਰਜਨ ਦੇਵ ਇਬਾਰਤ ਗਾਉਂਦੇ, ਭਾਈ ਗੁਰਦਾਸ ਜੀ ਲਿਖਦੇ ਜਾਂਦੇ। ਐਸੀ ਸ਼ਾਨ ਨਾਲ ਕਾਰਜ ਕੀਤਾ, ਸੰਕਟ ਹੋ ਗਿਆ ਫੀਤਾ ਫੀਤਾ। ਕਹਿੰਦੇ 126 ਧਰਮ ਗ੍ਰੰਥ, ਗੁਰੂ ਨਾਨਕ ਦਾ ਇਹ ਨਿਰਮਲ ਪੰਥ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਬੜੀ ਰੀਝ ਨਾਲ ਬਣਾਇਆ ਹਰਿਮੰਦਰ, ਗੁਰੂ ਗ੍ਰੰਥ ਸਾਹਿਬ ਅਸਥਾਪਨ ਅੰਦਰ। ਚਾਰੇ ਵਰਣ ਰਲਾਏ ਵਿੱਚ ਸੰਗਤ, ਗੁਰੂ ਗ੍ਰੰਥ ਵਿੱਚ ਇੱਕੋ ਪੰਗਤ। ਬੁੱਝਣ ਵਾਲੀ ਸਰਬੋਤਮ ਬਾਤ, ਗੁਰੂ ਗ੍ਰੰਥ ਸਾਹਿਬ ਨੇ ਜੀਵਨ ਜਾਚ। ਗੁਰੂ ਭਗਤ ਭੱਟ ਤੇ ਗੁਰਸਿੱਖ, ਸਭਨਾ ਵਿੱਚ ਗੁਰੂਆਂ ਵਾਲੀ ਦਿੱਖ। ਕੈਸਾ ਹੋ ਅਜਬ ਨਜ਼ਾਰਾ, ਹਰਿਮੰਦਰ ਭਰਿਆ ਹੋ ਸਾਰਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। 1604 ਈਸਵੀ ਵਿੱਚ ਪਹਿਲਾ ਪ੍ਰਕਾਸ਼, ਦੁੱਖਾਂ ਕਲੇਸ਼ਾਂ ਦਾ ਹੋਇਆ ਨਾਸ। ਬਾਬਾ ਬੁੱਢਾ ਸਾਹਿਬ ਕਾਬਲ ਜਾਪੇ, ਹਰਿਮੰਦਰ ਦੇ ਪਹਿਲੇ ਗ੍ਰੰਥੀ ਥਾਪੇ। ਪਹਿਲਾ ਆਵਾਜ਼ਾ ਹੁਕਮਨਾਮਾ ਸੁਣਾਇਆ, ਸਭ ਸੰਗਤਾਂ ਨੇ ਸੀਸ ਨਿਵਾਇਆ। ਤੁਰਦਿਆਂ ਤੁਰਦਿਆਂ ਮੰਜ਼ਲ ਆਈ, ਜੁੜੇ ਹਜ਼ੂਰ ਸਾਹਿਬ ਮਾਈ ਭਾਈ। ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਚੱਲੇ, ਸਿੱਖਾਂ ਕਿਹਾ ਹਾਏ ਅਸੀਂ ਕੱਲੇ। ਸਤਿਗੁਰ ਬੋਲੇ ਬਿਰਤੀ ਜੋੜ, ਦੇ ਧਾਰੀ ਪ੍ਰਥਾ ਰਹੇ ਹਾਂ ਤੋੜ। ਗੁਰੂ ਗ੍ਰੰਥ ਸਾਹਿਬ ਦੀ ਰੱਖਿਓ ਓਟ, ਕਿਸੇ ਚੀਜ਼ ਦੀ ਰਹੂ ਨਾ ਤੋਟ। 5 ਪੈਸੇ ਤੇ ਨਾਰੀਅਲ ਰੱਖ ਬਵੇਕ, ਗੁਰੂ ਗ੍ਰੰਥ ਨੂੰ ਮੱਥਾ ਦਿੱਤਾ ਟੇਕ। ਕਰ ਪਰਕਰਮਾ ਲਿਆ ਗੁਰਾਂ ਵਾਕ, ਗੁਰੂ ਗੋਬਿੰਦ ਸਿੰਘ ਬੋਲੇ ਬੇਬਾਕ। ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਘੜੀ ਨੇ ਇਸ਼ਾਰਾ ਕੀਤਾ ਹੈ, ਪਿਆਰੇ ਦਰਸ਼ਕੋ ਸਮਾਂ ਸੰਪੂਰਨ ਹੈ। ਆਖਰੀ ਮਿੰਟ, ਜੇ ਤੁਸੀਂ ਪ੍ਰੋਗਰਾਮ ਦੇ ਬਾਰੇ ਵਿੱਚ ਕੋਈ ਕਮੈਂਟਸ ਕਰਨੇ ਹੋਣ, ਫੀਡਬੈਕ ਦੇਣੀ ਹੋਵੇ ਤਾਂ ਤੁਸੀਂ YouTube ਤੇ ਬਰਿੰਦਰ ਸਿੰਘ ਜ਼ਖਮੀ ਆਪਣਾ ਮੈਸੇਜ ਛੱਡ ਸਕਦੇ ਹੋ। ਲੰਬੀ ਚੌੜੀ ਗੱਲ ਕਰਨੀ ਹੋਵੇ ਤਾਂ ਈਮੇਲ ਕਰੋ ਜੀ, barinder_singh_78@hotmail.co.uk। ਬਹੁਤ 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 ਧੰਨਵਾਦ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਦਾ। ਇੱਕ ਵਾਰੀ ਫਿਰ ਕਹਿਣਾ ਚਾਹੁੰਦਾ ਹਾਂ ਕਿ ਹੌਸਲਾ ਅਫਜ਼ਾਈ ਜਿਗਰੇ ਨਾਲ, ਫਰਾਖਦਲੀ ਨਾਲ ਕਰਿਆ ਕਰੋ। ਪ੍ਰੋਗਰਾਮ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ। ਧੰਨਵਾਦ ਸੁਰਿੰਦਰ ਪਿੰਡ ਜੀ ਦਾ, ਔਰ ਬਹੁਤ ਧੰਨਵਾਦ ਸੁਣਵੀਰ ਟੈਕਨੀਕਲ ਟੀਮ ਵੱਲੋਂ ਕੁਮਾਰ ਕਾਰਤਿਕ ਸਾਹਿਬ ਦਾ। ਸ਼ੋਅ ਨਿਭਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋਮੇਲ। ਆਸ਼ੀਰਵਾਦ ਦਿਓ ਕਿ ਇਸ ਤੋਂ ਵੀ ਚੰਗੇ ਤਰੀਕੇ ਨਾਲ ਪ੍ਰੋਗਰਾਮ ਕਰ ਸਕੀਏ। ਭੁੱਲ ਚੂਕ ਦੀ ਮਾਫੀ। ਹੋਪਫੁਲੀ ਮਿਲਦੇ ਆ ਨੈਕਸਟ ਵੀਕ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।